ਸਵਈਏ ਸ੍ਰੀ ਮੁਖਵਾਕ ਮਹਿਲਾ ਪੰਜਵਾਂ ਦੇ 20 ਸਵਈਏ ਵਿਚਾਰੇ ਹਨ। ਤੋਂ ਬਾਅਦ ਸਵਈਏ ਮਹਿਲੇ ਪਹਿਲੇ ਕੇ ਜਿਨ੍ਹਾਂ ਦੀ ਗਿਣਤੀ 10 ਹੈ ਅਤੇ ਉਹ 10 ਹੀ ਦੇ ਸਵਈਏ ਜਿਹੜੇ ਭੱਟ ਕਲਸਹਾਰ ਦੇ ਉਚਾਰਨ ਕੀਤੇ ਹੋਏ ਹਨ ਉਹਨਾਂ ਦੀ ਵਿਚਾਰ ਕੱਲ ਸਮਾਪਤ ਕੀਤੀ ਹੈ। ਅੱਜ ਸਵਈਏ ਮਹਿਲੇ ਦੂਜੇ ਕੇ ਦੀ ਵਿਚਾਰ ਅਸੀਂ ਆਰੰਭ ਕਰਾਂਗੇ ਜੀ। ਇੱਕ ਓਂਕਾਰ ਸਤ ਗੁਰ ਪ੍ਰਸਾਦ। ਸਵਈਏ ਮਹਿਲੇ ਦੂਜੇ ਕੇ, ਇਹਦੇ ਅੱਗੇ ਨਾਲ ਦੂਜੇ ਕੇ ਤੋਂ ਬਾਅਦ ਦੋ ਵੀ ਲਿਖਿਆ ਹੋਇਆ ਹੈ। ਉਹ ਸਿਰਫ ਇਹ ਇਸ਼ਾਰਾ ਦੇਣ ਵਾਸਤੇ ਹੈ ਕਿ ਇਹ ਦੂਜੇ ਪਾਤਸ਼ਾਹ ਦੀ ਉਸਤਤੀ ਵਿੱਚ ਸਵਈਏ ਹਨ। ਇਸ ਦੋ ਦੇ ਅੰਕ ਨੂੰ ਦੁਬਾਰਾ ਨਹੀਂ ਪੜ੍ਹਨਾ ਹੈ। ਉਹ ਅੱਗੇ ਜੇ ਕਿਧਰੇ ਸਿਰਫ ਦੋ ਆਏਗਾ ਤਾਂ ਉਹਦਾ ਵੀ ਭਾਵ ਹੋਏਗਾ ਦੂਜੇ ਕੇ। ਸਵਈਏ ਮਹਿਲੇ ਦੂਜੇ ਕੇ। ਸੋਈ ਪੁਰਖ ਧਨ ਕਰਤਾ, ਕਾਰਨ ਕਰਤਾਰ ਕਰਨ ਸਮਰੱਥੋ। ਸਤਿਗੁਰੂ ਧਨ ਸਤਿਗੁਰੂ ਧਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋਂ। ਧਰਿਓ ਮਸਤਕ ਹੱਥ ਸਹਿਜ, ਅਮਿਓ ਉਠੋ ਛੱਜ। ਸੂਰ ਨਰ ਗਨ ਮੁਨ ਬੋਹਿਆ ਅਗਾਜ, ਮਾਰਿਓ ਕੰਟਕ ਕਾਲ ਗਰਜ। ਧਾਵਤ ਲਿਓ ਬਰਜ, ਪੰਚ ਭੂਤ ਏਕ ਕਰ ਰਾਖ ਲੈ ਸਮਝ। ਜਗ ਜੀਤੋ ਗੁਰਦੁਆਰ, ਥੇਲੇ ਸਮਤ ਸਾਰ। ਰਥ ਉਨਮਨ ਲਿਵ ਰਾਖ ਨਿਰੰਕਾਰ, ਕਹੋ ਕੀਰਤ ਕਲ ਸਹਾਰ। ਸਪਤ ਦੀਪ ਮਝਾਰ, ਲਹਿਣਾ ਜਗਤਰ ਗੁਰ ਪਰਸ ਮੁਰਾਰ। ਇਹ ਸਵਈਏ ਵਿੱਚ ਭੱਟ ਕਲਸਹਾਰ ਜੀ ਪਹਿਲਾਂ ਜਿਵੇਂ ਸਵਈਏ ਮਹਿਲੇ ਪਹਿਲੇ ਕੇ ਦੀ ਆਰੰਭਤਾ ਦੇ ਵਿੱਚ ਵੀ ਪਹਿਲਾਂ ਉਹਨਾਂ ਨੇ ਅਕਾਲ ਪੁਰਖ ਦੀ ਵਡਿਆਈ ਕੀਤੀ, ਜਿਵੇਂ ਹੀ ਇਸ ਸਵਈਏ ਦੇ ਅੰਦਰ ਵੀ ਅਕਾਲ ਪੁਰਖ ਨੂੰ ਧੰਨ ਕਹਿ ਕੇ ਸੋਈ ਪੁਰਖ ਧੰਨ ਕਰਤਾ। ਉਹ ਸਰਵ ਵਿਆਪਕ ਹਰੀ, ਪੁਰਖ ਦਾ ਅਰਥ ਹੈ ਸਰਵ ਵਿਆਪਕ। ਸੋਈ ਮੈਨੇ ਉਹ, ਕਰਤਾ ਕਰਨਹਾਰ ਕ੍ਰੀਏਟਰ। ਉਹ ਕਰਤਾਰ ਸਰਵ ਵਿਆਪਕ ਹਰੀ ਜੋ ਸ੍ਰਿਸ਼ਟੀ ਦਾ ਕਾਰਨ ਵੀ ਹੈ ਤੇ ਰਚਨਹਾਰ ਵੀ ਹੈ। ਕਾਰਨ ਸ੍ਰਿਸ਼ਟੀ ਦਾ ਮੂਲ ਬਣਾਉਣ ਵਾਲਾ, ਕਰਨ ਵੀ ਜੋ ਜਿਸਨੇ ਸਿਰਜਣਾ ਕੀਤੀ। ਕਰਤਾਰ ਤੋਂ ਭਾਵ ਇਹੀ ਹੈ ਸਿਰਜਣਹਾਰ। ਸਮਰੱਥੋ ਸਮਰੱਥਾ ਵਾਲਾ, ਸਾਰੀਆਂ ਤਾਕਤਾਂ ਦਾ ਮਾਲਕ। ਧਨ ਹੈ ਉਹ ਕਰਤਾਰ ਸਰਬ ਵਿਆਪਕ ਪਰਮਾਤਮਾ ਜੋ ਇਸ ਸ੍ਰਿਸ਼ਟੀ ਦਾ ਮੂਲ ਕਾਰਨ ਹੈ, ਸਿਰਜਣ ਵਾਲਾ ਹੈ ਤੇ ਸਮਰੱਥਾ ਵਾਲਾ ਹੈ। ਇਹ ਸਾਰੇ ਗੁਣ ਪਰਮਾਤਮਾ ਦੇ ਗਾ ਕੇ ਉਹਦੀ ਵਡਿਆਈਆਂ ਕਰਕੇ ਭੱਟ ਕਲਸਹਾਰ ਜੀ ਅੱਗੇ ਤਰੀਕਾ ਉਹੀ ਵਰਤਦੇ ਹਨ ਜਿਵੇਂ ਗੁਰੂ ਅਰਜਨ ਪਾਤਸ਼ਾਹ ਨੇ ਸਵਈਏ ਸ੍ਰੀ ਮੁਖਵਾਕ ਮਹਿਲਾ ਪੰਜਵਾਂ ਦੇ ਵਿੱਚ ਪਰਮਾਤਮਾ ਦੇ ਗੁਣ ਗਾ ਕੇ ਫਿਰ ਬਾਅਦ ਵਿੱਚ ਇਹ ਆਖਿਆ ਕਿ ਗੁਰੂ ਨਾਨਕ ਵੀ ਪਰਮਾਤਮਾ ਦੇ ਤੁਲ ਹੈ, ਬਰਾਬਰ ਹੈ। ਇਸੇ ਤਰੀਕੇ ਦੇ ਨਾਲ ਹੀ ਭੱਟ ਕਲਸਹਾਰ ਜੀ ਨੇ ਵੀ ਸਵਈਏ ਮਹਿਲੇ ਪਹਿਲੇ ਕੇ ਦੇ ਅੰਦਰ ਅਕਾਲ ਪੁਰਖ ਦੀ ਵਡਿਆਈ ਗਾ ਕੇ ਫਿਰ ਗੁਰੂ ਨਾਨਕ ਪਾਤਸ਼ਾਹ ਦੇ ਅੰਦਰ ਵੀ ਪਰਮਾਤਮਾ ਵਾਲੇ ਗੁਣਾਂ ਦੀ ਗੱਲ ਕੀਤੀ ਤੇ ਉਸ ਤੋਂ ਬਾਅਦ ਬਾਕੀ ਦੇ ਸਵਈਆਂ ਦੇ ਵਿੱਚ ਗੁਰੂ ਨਾਨਕ ਦੀ ਵਡਿਆਈ ਸਾਰੀ ਸ੍ਰਿਸ਼ਟੀ ਦੇ ਵੱਖ-ਵੱਖ ਪ੍ਰਮੁੱਖ ਹਸਤੀਆਂ ਵੱਲੋਂ, ਹੋਰ ਸਭ ਜੀਵਾਂ ਵੱਲੋਂ, ਸਾਰੀ ਲੋਕਾਈ ਵੱਲੋਂ ਗੁਰੂ ਨਾਨਕ ਦੀ ਵਡਿਆਈ ਕੀਤੇ ਜਾਣ ਦੀ, ਉਹਨਾਂ ਦੇ ਗੁਣ ਗਾਏ ਜਾਣ ਦੀ ਗੱਲ ਕੀਤੀ। तो ਇੱਥੇ ਵੀ ਆਰੰਭਤਾ ਦੇ ਵਿੱਚ ਭੱਟ ਕਲਸਹਾਰ ਜੀ ਪਹਿਲੀ ਪੰਕਤੀ ਦੇ ਅੰਦਰ ਅਕਾਲ ਪੁਰਖ ਨੂੰ ਧੰਨ ਕਹਿੰਦੇ ਹਨ। ਉਹ ਕਰਤਾਰ ਜੋ ਸਰਵ ਵਿਆਪਕ ਹੈ, ਸਾਰੀ ਸ੍ਰਿਸ਼ਟੀ ਦਾ ਕਾਰਨ ਵੀ ਹੈ ਤੇ ਸਿਰਜਣ ਵਾਲਾ ਵੀ ਹੈ ਅਤੇ ਪੂਰੀ ਸਮਰੱਥਾ ਰੱਖਣ ਵਾਲਾ ਹੈ। ਭਾਵ ਉਹਨੂੰ ਇਹ ਸਾਰਾ ਕੁਝ ਕਰਨ ਵਾਸਤੇ ਕਿਸੇ ਹੋਰ ਦੀ ਸਲਾਹ, ਕਿਸੇ ਹੋਰ ਦੀ ਸਹਾਇਤਾ ਦੀ ਰਤਾ ਭਰ ਵੀ ਲੋੜ ਨਹੀਂ ਹੈ। ਤੋਂ ਬਾਅਦ ਅਗਲੀ ਪੰਕਤੀ ਚ ਕਹਿੰਦੇ ਹਨ, ਸਤਿਗੁਰੂ ਧੰਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋਂ।
ਧਨ ਹੈ ਸਤਿਗੁਰੂ ਨਾਨਕ ਜਿਨ੍ਹਾਂ ਨੇ हे गुरु अंगद देव जी ਤੁਹਾਡੇ ਮੱਥੇ ਦੇ ਉੱਤੇ ਆਪਣਾ ਹੱਥ ਰੱਖਿਆ ਹੈ। ਇਹ ਸਵਈਏ ਮਹਲੇ ਦੂਜੇ ਕੇ ਹਨ ਤਾਂ ਇਸ ਲਈ ਇਹਦਾ ਜੋ ਮੁੱਖ ਪਾਤਰ ਜੋ ਇਹਦੇ ਅੰਦਰ ਹੈ ਉਹ ਗੁਰੂ ਅੰਗਦ ਦੇਵ ਜੀ ਹੀ ਹਨ। तो जो संबोधन भी कर रहे हैं तो गुरु अंगद देव जी को संबोधन करके कह रहे हैं, पर वडियाई गुरु नानक दी नाल पहला कर रहे हैं क्योंकि गुरु अंगद नूं अंगद बनाने वाले गुरु नानक ही हैं। भाई लहना जी एक सिख के रूप में सतगुरु नानक जी की शरण में आए, आके सेवा ਉਹਨਾਂ ਦੀ ਕੀਤੀ, ਐਸੀ ਕਾਲ ਕਮਾਈ ਕੀਤੀ ਕਿ ਉਹਨਾਂ ਦੀ ਕਾਲ ਕਮਾਈ ਤੋਂ ਪ੍ਰਸੰਨ ਹੋ ਕੇ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਹੀ ਯੋਗ ਜਾਣਿਆ। ਕੋਈ ਆਪਣੀ ਔਲਾਦ ਦਾ ਕੋਈ ਹੱਕ ਨਹੀਂ ਮੰਨਿਆ। ਇਹ ਗੁਰੂ ਅੰਗਦ ਬਣਾ ਕੇ ਗੁਰਗੱਦੀ ਦੀ ਜ਼ਿੰਮੇਵਾਰੀ ਭਾਈ ਲਹਿਣਾ ਜੀ ਨੂੰ ਸੌਂਪ ਦਿੱਤੀ। ਤੋ ਇੱਥੇ ਵੀ ਉਸੇ ਹੀ ਬਖਸ਼ਿਸ਼ ਦਾ ਜ਼ਿਕਰ ਕਰਦਿਆਂ ਹੋਇਆ ਭੱਟ ਖਾਲਸਾ ਹਾਰ ਜੀ ਕਹਿੰਦੇ ਹਨ ਕਿ ਧੰਨ ਹੈ ਸਤਿਗੁਰੂ ਨਾਨਕ ਜਿਨੇ ਤੁਹਾਡੇ ਮੱਥੇ ਦੇ ਉੱਤੇ ਆਪਣਾ ਹੱਥ ਰੱਖਿਆ ਹੈ। ਮੱਥੇ ਉੱਤੇ ਹੱਥ ਰੱਖਣਾ ਆਮ ਪ੍ਰਚਲਿਤ ਮੁਹਾਵਰਾ ਹੈ। ਜਦੋਂ ਵੀ ਕੋਈ ਵੱਡੇ ਰੁਤਬੇ ਵਾਲਾ ਬੰਦਾ, ਵੱਡੀ ਸਮਰੱਥਾ ਵਾਲਾ ਬੰਦਾ ਕਿਸੇ ਕਮਜ਼ੋਰ, ਕਿਸੇ ਆਪਣੇ ਤੋਂ ਨੀਵੇਂ ਨੂੰ ਸਪੋਰਟ ਕਰਦਾ ਹੈ, ਉਹਨੂੰ ਸ਼ਾਬਾਸ਼ੀ ਦਿੰਦਾ ਹੈ, ਤਾਂ ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਬਈ ਉਹਨਾਂ ਨੇ ਉਹਦੇ ਮੱਥੇ ਦੇ ਉੱਤੇ ਹੱਥ ਰੱਖਿਆ। ਆਪ ਪੂਰੀ ਉਹਦੀ ਸਪੋਰਟ ਵੀ ਕੀਤੀ ਤੇ ਉਸਨੂੰ ਉਹਦੀ ਹੌਸਲਾ ਅਫਜ਼ਾਈ ਵੀ ਕੀਤੀ ਔਰ ਉਸਨੂੰ ਇਸ ਯੋਗ ਮੰਨਿਆ, ਸਵੀਕਾਰ ਕੀਤਾ ਕਿ ਤੂੰ ਇਹ ਕੰਮ ਕਰਨ ਦੇ ਲਾਇਕ ਹੈ। ਸਤਿਗੁਰੂ ਧੰਨ ਨਾਨਕ ਮਸਤਕ ਤੁਮ ਜਿਹੜਾ ਸੰਬੋਧਨ ਹੈ ਇਹ ਗੁਰੂ ਅੰਗਦ ਦੇਵ ਜੀ ਨੂੰ ਹੈ। ਮਸਤਕ ਤੁਹਾਡੇ ਮਸਤਕ ਦੇ ਕੱਕੇ ਨੂੰ ਸਿਹਾਰੀ ਹੈ। ਮਸਤਕ ਦੇ ਉੱਤੇ ਮਸਤਕ ਤੁਹਾਡੇ ਮੱਥੇ ਦੇ ਉੱਤੇ ਧਰਿਓ ਜਿਨ ਹੱਥੋਂ। ਜਿਨ ਜਿਹੜਾ ਲਫ਼ਜ਼ ਹੈ ਗੁਰੂ ਨਾਨਕ ਨੂੰ ਰੈਫਰ ਕਰਦਾ ਹੈ। ਉਹ ਸਤਿਗੁਰੂ ਨਾਨਕ ਧੰਨ ਹੈ ਜਿਨ੍ਹਾਂ ਨੇ ਤੁਹਾਡੇ ਮੱਥੇ ਦੇ ਉੱਤੇ ਹੱਥ ਧਰਿਆ। ਆਪ ਤੁਹਾਨੂੰ ਇਹ ਬਖਸ਼ਿਸ਼ ਕਰਕੇ ਤੁਹਾਨੂੰ ਜ਼ਿੰਮੇਵਾਰੀ ਦਿੱਤੀ। ਤਾਂ ਧਰਿਓ ਮਸਤਕ ਹੱਥ ਸਹਿਜ ਅਮਿਓ ਉਠੋ ਛੱਜ ਸੁਰ ਨਰ ਗਨ ਮੁਨ ਬੋਇਆ ਅਗਾਜ। ਤਾਂ ਧਰਿਓ ਦਾ ਮਤਲਬ ਤਾਂ ਤਦੋਂ, ਜਦੋਂ ਧਰਿਆ ਉਦੋਂ ਦੀ ਗੱਲ ਕਰ ਰਹੇ ਹਾਂ। ਤਾਂ ਧਰਿਓ ਮਸਤਕ ਹੱਥ, ਤਾਂ ਸਹਿਜੇ ਹੀ ਗੁਰੂ ਨਾਨਕ ਨੇ ਤੁਹਾਡੇ ਮੱਥੇ ਉੱਤੇ ਹੱਥ ਰੱਖਿਆ। ਤਾਂ ਧਰਿਓ ਮਸਤਕ ਹੱਥ ਸਹਿਜ ਤੋਂ ਬਾਅਦ ਕੋਮਾ ਆਏਗਾ। ਸਹਿਜ ਦੇ ਨਾਲ ਹੀ ਤੁਹਾਡੇ ਮੱਥੇ ਦੇ ਉੱਤੇ ਉਹਨਾਂ ਨੇ ਹੱਥ ਰੱਖਿਆ। ਇਹ ਸਹਿਜ ਦੀ ਗੱਲ ਨਹੀਂ ਹੈ ਕਿ ਪੂਰਨ ਖਿੜਾਅ ਦੇ ਵਿੱਚ, ਪੂਰਨ ਧੀਰਜ ਦੇ ਨਾਲ, ਸੋਚ ਸਮਝ ਕੇ, ਕੋਈ ਕਾਹਲੀ ਦੇ ਵਿੱਚ ਨਹੀਂ ਕਿ ਵੀ ਐਵੇਂ ਇਮੋਸ਼ਨਲ ਹੋ ਕੇ। ਤੇ ਗੁਰੂ ਨਾਨਕ ਨੇ ਕਿਹਾ ਚਲੋ ਮੈਨੂੰ ਤਾਂ ਲਹਿਣਾ ਜੀ ਪਸੰਦ ਆ ਗਏ ਹਨ ਤੇ ਚਲੋ ਇਹਨਾਂ ਨੂੰ ਗੁਰੂ ਬਣਾ ਦਿੰਦੇ ਹਾਂ। ਪੂਰੀ ਪਰਖ ਕੀਤੀ, ਪੂਰੀ ਉਹਨਾਂ ਦੀ ਕਾਲ ਕਮਾਈ ਨੂੰ ਜਾਂਚਿਆ, ਉਹਨਾਂ ਦੇ ਅੰਦਰ ਜੋ ਵੀ ਗੁਣ ਸਨ ਉਹਨਾਂ ਦੀ ਪਰਖ ਕੀਤੀ, ਧੀਰਜ ਦੀ ਪਰਖ ਕੀਤੀ, ਗਰੀਬਾਂ ਅਨਾਥਾਂ ਦੇ ਨਾਲ ਹਮਦਰਦੀ, ਸਹਾਨਭੂਤੀ ਦੀ ਭਾਵਨਾ ਦੀ ਪਰਖ ਕੀਤੀ। ਤਾਂ ਉਹਨਾਂ ਨੂੰ ਹਰ ਪੱਖ ਤੋਂ ਯੋਗ ਜਾਣ ਕੇ ਗੁਰਿਆਈ ਦੀ ਜ਼ਿੰਮੇਵਾਰੀ ਉਹਨਾਂ ਨੂੰ ਤਾਂ ਹੀ ਦਿੱਤੀ। ਤਾਂ ਧਰਿਓ ਮਸਤਕ ਹੱਥ ਸਹਿਜ, ਤਾਂ ਸਹਿਜੇ ਹੀ ਗੁਰੂ ਨਾਨਕ ਨੇ ਤੁਹਾਡੇ ਮੱਥੇ ਦੇ ਉੱਤੇ ਹੱਥ ਰੱਖਿਆ। ਤੇ ਉਹਦਾ ਫਿਰ ਰਿਜ਼ਲਟ ਕੀ ਹੋਇਆ ਕਿ ਅਮਿਓ ਉਠੋ ਛੱਜ। ਅਮਿਓ ਦਾ ਅਰਥ ਹੈ ਅੰਮ੍ਰਿਤ, ਉਠੋ ਦਾ ਅਰਥ ਹੈ ਵਸਣਾ। ਜਿਵੇਂ ਬਾਰਿਸ਼ ਹੁੰਦੀ ਹੈ ਤੇ ਉਹ ਕਹਿੰਦੇ ਨੇ ਉੱਠਿਆ ਮੀਂਹ। ਗੁਰਬਾਣੀ 'ਚ ਹੋਰ ਵੀ ਕਈ ਜਗ੍ਹਾ ਤੇ ਫਰੇਜ਼ ਇਸਤੇਮਾਲ ਹੋਇਆ ਹੈ, ਮੀਂਹ ਉੱਠਾ। ਮੀਂਹ ਉੱਠੇ ਦਾ ਮਤਲਬ ਮੀਂਹ ਪੈਂਦਾ ਹੈ, ਜਦੋਂ ਮੀਂਹ ਵਰਸਦਾ ਹੈ। ਤਾਂ ਉੱਠੇ ਦਾ ਅਰਥ ਹੈ ਬਰਸਣਾ, ਬਾਰਿਸ਼ ਹੋਣੀ। ਤਾਂ ਅਮਿਓ ਉਠੋ ਅੰਮ੍ਰਿਤ ਬਰਸਦਾ ਹੈ ਜਦੋਂ। ਛੱਜ ਦਾ ਅਰਥ ਹੈ ਛੇਬਰ ਲਾ ਕੇ, ਲਗਾਤਾਰ ਜਿਵੇਂ ਝੜੀ ਲੱਗ ਜਾਂਦੀ ਹੈ। ਇੱਕ ਤਾਂ ਬਾਰਿਸ਼ ਹੁੰਦੀ ਹੈ ਨਾ, ਜਿਵੇਂ ਬੂੰਦਾਬਾਂਦੀ ਕਿਵੇਂ ਹੋ ਰਹੀ ਹੈ, ਥੋੜਾ ਥੋੜਾ ਕਿਧਰੇ ਪਾਣੀ ਪਿਆ ਕਿਧਰੇ ਨਾ ਪਿਆ। ਇੱਕ ਹੁੰਦਾ ਹੈ ਲਗਾਤਾਰ ਪੂਰੀ ਝੜੀ ਲੱਗਦੀ ਹੈ, ਜਲ ਥਲ ਸਾਰੇ ਪਾਸੇ ਸਭ ਜਗ੍ਹਾ ਤੇ ਉੱਤੇ ਪਾਣੀ ਸਰਸ਼ਾਰ ਹੋ ਜਾਂਦਾ ਹੈ, ਕੋਈ ਵੀ ਜਗ੍ਹਾ ਖਾਲੀ ਨਹੀਂ ਬਚਦੀ, ਸੁੱਕੀ ਨਹੀਂ ਬਚਦੀ। ਤੋ ਇਸੇ ਤਰੀਕੇ ਦੇ ਨਾਲ ਇੱਥੇ ਲਫ਼ਜ਼ ਭੱਟ ਖਾਲਸਾ ਹਾਰ ਜੀ ਨੇ ਵਰਤਿਆ ਹੈ
ਅਮਿਓ ਉੱਠੋ ਛੱਜ, ਤਾਂ ਤੁਹਾਡੇ ਹਿਰਦੇ ਦੇ ਵਿੱਚ ਨਾਮ ਅੰਮ੍ਰਿਤ ਛੈਬਰ ਲਾ ਕੇ ਵਸ ਪਿਆ, ਇੱਕ ਝੜੀ ਲਾ ਕੇ ਵਸ ਪਿਆ, ਲਗਾਤਾਰ ਤੁਹਾਡੇ ਹਿਰਦੇ ਦੇ ਵਿੱਚ ਅੰਮ੍ਰਿਤ ਦੀ ਵਰਖਾ ਹੋ ਗਈ। ਸੁਰ ਨਰ ਗਨ ਮੁਨ ਬੋहे ਅਗਾਜ। तो ये सब देख के सुर भाव देवते, नर, मनुख, गण, ये भी कुछ जिहड़े प्रमुख हिंदू धर्म ग्रंथां विच जिहड़े धार्मिक लोग हैं, इन्हों देवगण करके कहा जाता है, देवते मनिया जाता है। मुन मुनि ऋषि मुनि जो मौन धारण करके तपस्या करते हैं। तो देवते, मनुख, गण अते ऋषि ये सारे भी बोहिया अगाज। बोहे का अर्थ है भिज जाना, तरो तर हो जाना। जो झड़ी ला के छैबर ला के बारिश चो पई ਤਾਂ गुरु अमृत अंगद का हिरदा तो भिज ही गया अमृत नाल, पर उन्होंने बख्शिश सदका सारे देवते, मनुख, गण ते मुन ये सब दे हिरदे भी प्रतख तौर दे उत्ते इस अमृत की वर्खा नाल भिज गए। अगाज का अर्थ है प्रतख तौर दे, बोहे का अर्थ है भिज गए। ये बोहे लफज दे जो स्पैलिंग हैं, बब्बे नूं होड़ा, हाहे नूं सिहारी ते यईया। तो इनू यईए की साउंड जी है ना वो नहीं बोली जाएगी, वो ही यो नहीं बोलांगे असीं। इसका पाठ होएगा बोहिया, ऐड़े नूं जिवें कन्ना लग्या हुंदा है उस तरीके नाल इहदा उच्चारण होएगा बोहिया। वो बोहिया उच्चारण होएगा, अर्थ है उहदा भिज जाना, तरो तर हो जाना, या मानो सुगंधित हो जाना, जिहदी जिहदी स्वीट स्मैल सब दे नाल कोई बंदा भिज जाए। जे मान लो किसी इनकलोजर दे विच, किसी कमरे दे विच सब पासे खुशबू फैली हुई होवे ते जिहड़ा भी उस कमरे च होएगा उन्होंने भी वो खुशबू ਉਹਦੇ ਨਾਲ ਅਟੈਚ ਹੋ ਜਾਂਦੀ ਹੈ। तो वो सारे भी मानो उस खुशबू ਨਾਲ ਭਿੱਜ ਜਾਂਦੇ ਹਨ, ਸੁਗੰਧਿਤ ਹੋ ਜਾਂਦੇ ਹਨ। ਤਿਵੇਂ ਹੀ ਇਸ ਅੰਮ੍ਰਿਤ ਵਰਖਾ ਦੇ ਨਾਲ हे ਗੁਰੂ ਅੰਗਦ ਦੇਵ ਜੀ, ਤੁਹਾਡਾ ਹਿਰਦਾ ਤਾਂ ਇਸ ਛੈਬਰ ਲੱਗੀ ਹੋਈ ਬਾਰਿਸ਼ ਅੰਮ੍ਰਿਤ ਦੀ ਵਰਖਾ ਦੇ ਨਾਲ ਭਿੱਜ ਗਿਆ ਤੇ ਨਾਲ ਹੀ ਦੇਵਤੇ, ਮਨੁੱਖ, ਗਣ ਮੁਨ ਵੀ ਪ੍ਰਤੱਖ ਤੌਰ ਤੇ ਇਸ ਅੰਮ੍ਰਿਤ ਦੇ ਨਾਲ ਭਿੱਜ ਗਏ, ਭਾਵ ਉਹ ਵੀ ਆਨੰਦਿਤ ਹੋ ਗਏ, ਉਹਨਾਂ ਨੂੰ ਵੀ ਇਸ ਬਖਸ਼ਿਸ਼ ਦਾ ਆਨੰਦ ਪ੍ਰਾਪਤ ਹੋਇਆ। मारियो कंटक काल गरज, भावत लियो बरज, पंच भूत एक कर राख ले समझ। कंटक का अर्थ होता है कंडा, काल हो गया मौत, गरज मैंने गरज के, जज्जे नूं सिहारी है तो एक क्रिया है गरज, गरज के आप पूरा जोर दिखा के। जिवें कोई बंदा बड़े स्ट्रोंग इमोशन के नाल, बहुत दृढ़ता के नाल कोई गल कहनी होए तो कहते ना भी वो गरज गया। भी अजकल भी ਜਿਹੜੇ ਪ੍ਰੋਟੈਸਟ ਚੱਲ ਰਹੇ ਨੇ ਪੰਜਾਬ ਦੇ ਵਿੱਚ ਕਿਸਾਨਾਂ ਦੇ, ਤੇ ਰੋਜ਼ ਅਖਬਾਰਾਂ 'ਚ ਹੈਡਿੰਗ ਹੀ ਹੁੰਦੀ ਹੈ ਫਲਾਣੀ ਥਾਂ ਤੇ ਕਿਸਾਨ ਜਿਹੜੇ ਗਰਜੇ, ਬੜੀ ਫੋਰਸਫੁਲੀ ਉਹਨਾਂ ਨੇ ਆਪਣੀ ਗੱਲ ਪੇਸ਼ ਕੀਤੀ। तो गर्जन तो बाजू में शेर गरजदा है, तो गर्जना फोर्सफुली अपनी गल नूं कन्वे करना। तो मारियो कंटक काल गरज, तुसी दुखदाई, दुख देण वाला, कंडा की हुंदा है जिन्हों चुभ जाए उन्होंने तकलीफ देंदा, चुभदा ही रहिंदा है, जब तक निकल नहीं जाता तो कई बार निकलन तो बाद भी काफी चिर तक उसकी पीड़ रहिंदी है। तो कंडा चुभदा है, दुख देंदा है। तो कंटक का अर्थ हो गया कंडा या दुख देने वाला। मारियो कंटक काल गरज, मौत दा जिहड़ा दुखदाई कंडा सी ਉਹਨੂੰ ਤੁਸੀਂ गरज के अपना बल दिखा के मार दिता, नाश कर दिता। तावत लियो बरज, तावत ਦਾ अर्थ ਹੁੰਦਾ है दौड़ना, दौड़दा होया। ਤੇ ਵਰਜ ਦਾ ਅਰਥ ਹੁੰਦਾ ਹੈ ਵਰਜ ਦੇਣਾ, ਰੋਕ ਦੇਣਾ। तो ਤੁਸੀਂ ਆਪਣੇ ਭਟਕਦੇ ਹੋਏ, ਦੌੜਦੇ ਹੋਏ ਮਨ ਨੂੰ ਭਟਕਣ ਤੋਂ ਰੋਕ ਲਿਆ। ਤਾਵਤ ਦੌੜਦੇ ਹੋਏ ਨੂੰ ਵਰਜ ਦਿੱਤਾ, ਰੋਕ ਦਿੱਤਾ। तो इशारा है मन ਵੱਲ। ਇਨਸਾਨ ਦਾ ਮਨ ਚੰਚਲ ਹੈ। ਗੁਰਬਾਣੀ ਅੰਦਰ ਅਨੇਕਾਂ ਪੰਕਤੀਆਂ ਦੇ ਅੰਦਰ ਮਨ ਨੂੰ ਚੰਚਲ ਕਹਿ ਕੇ ਸੰਬੋਧਨ ਕੀਤਾ ਗਿਆ। ਆਨੰਦ ਸਾਹਿਬ ਵਿੱਚ ਵੀ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਹਨ, ਇਹ ਮਨ ਚੰਚਲਾ
चतुराई किने ना पाया। मन चतुराइयां करता है, सियाणपा करता है, बड़े बड़े ਜਿਹੜੇ ਹਨ ਟਕੌਂਸਲੇ ਬਣਾ ਕੇ ਤਰੀਕੇ ਟ੍ਰਿਕਸ ਬਣਾ ਬਣਾ ਕੇ ਸੋਚਦਾ ਹੈ ਸ਼ਾਰਟਕਟ ਮਿਲ ਜਾਣ, ਮੈਂ ਇਸ ਤਰੀਕੇ ਦੇ ਨਾਲ ਮਨ ਆਪਣੇ ਮਨ ਦੀ ਇੱਛਤ ਜਿਹੜੀ ਚੀਜ਼ ਹੈ ਉਹ ਪ੍ਰਾਪਤ ਕਰ ਲਵਾਂ। तो ਜਿਹੜੀ ਚਲਾਕੀਆਂ ਕਰਦਾ ਹੈ तो ਇਹ ਚੰਚਲਤਾ ਹੀ ਹੈ, ਟਿਕ ਕੇ ਨਹੀਂ ਬੈਠਦਾ ਮਨ। तो मन ਦੀ ਇਹ ਜੋ ਹੈ ਬੇਸਿਕ ਕਰੈਕਟਰਿਸਟਿਕ ਹੈ ਕਿ ਮਨ ਚੰਚਲ ਹੈ। तो ਇਸ ਲਈ ਬਾਣੀ ਦੇ ਅੰਦਰ ਇਹ ਗੱਲ ਬਾਰ-ਬਾਰ ਹੀ ਆਉਂਦੀ ਹੈ, ਮਨ ਨੂੰ ਖੋਤੇ ਦੇ ਨਾਲ ਵੀ ਤੁਲਨਾ ਦਿੱਤੀ ਗਈ ਹੈ। ਮਨ ਖੁਟਹਰ ਤੇਰਾ ਨਹੀਂ ਅਹਿਸਾਸ ਤੂੰ ਬਹੁ ਉਦਮਾਦਾ, ਖੜਕਾ ਪੈ ਖਰਤੋ ਛੁੱਟਿਆ ਜੋ ਉੱਪਰ ਲੱਦਾ, ਕਿ ਤੂੰ ਖੋਤੇ ਦੇ ਵਾਕਨ ਹੈ। ਜਿਵੇਂ ਖੋਤਾ ਦੁਲਤੀਆਂ ਮਾਰਦਾ ਹੈ ਤੇ ਮਨ ਵੀ ਦੁਲਤੀਆਂ ਮਾਰਦਾ ਹੈ, ਟਿਕ ਕੇ ਨਹੀਂ ਬੈਠਦਾ। ਤੇ ਇਹਨੂੰ ਵੀ ਫਿਰ ਜ਼ਬਰਦਸਤੀ ਪ੍ਰਭਾਵ ਦੇ ਨਾਲ ਇਹਨੂੰ ਕੰਟਰੋਲ ਕਰਨਾ ਪੈਂਦਾ ਹੈ, ਤਾਂ ਹੀ ਇਹ ਟਿਕਾ ਵਿੱਚ ਆਉਂਦਾ ਹੈ। ਤਾਂ ਗੁਰੂ ਅੰਗਦ ਪਾਤਸ਼ਾਹ ਨੇ ਇਸ ਦੌੜਦੇ ਹੋਏ ਭਟਕਦੇ ਹੋਏ ਮਨ ਨੂੰ ਵਰਜ ਦਿੱਤਾ, ਰੋਕ ਲਿਆ, ਟਿਕਾ ਲਿਆ। ਧਾਵਤ ਲਿਓ ਵਰਜ ਪੰਜ ਭੂਤ ਏਕ ਕਰ। ਪੰਜ ਭੂਤ, ਇਹ ਜੋ ਪੰਜ ਵਿਕਾਰ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੂੰ ਗੁਰਬਾਣੀ 'ਚ ਕਿਧਰੇ ਪੰਜ ਚੋਰ ਕਿਹਾ ਗਿਆ ਹੈ, ਕਿਧਰੇ ਪੰਜ ਦੁਸ਼ਟ ਕਿਹਾ ਗਿਆ ਹੈ, ਕਿਧਰੇ ਪੰਜ ਭੂਤ ਕਿਹਾ ਗਿਆ ਹੈ ਇੱਥੇ। ਤਾਂ ਪੰਜ ਭੂਤ ਏਕ ਕਰ, ਇਹਨਾਂ ਪੰਜਾਂ ਹੀ ਦੂਤਾਂ ਨੂੰ, ਇਹਨਾਂ ਪੰਜਾਂ ਹੀ ਵਿਕਾਰਾਂ ਨੂੰ ਤੁਸੀਂ ਇੱਕ ਥਾਂ ਤੇ ਸਮੇਟ ਲਿਆ, ਏਕ ਕਰ, ਇੱਕੋ ਥਾਂ ਤੇ ਉਹਨਾਂ ਨੂੰ ਇਕੱਠਿਆ ਕਰ ਲਿਆ, ਬੰਨ ਲਿਆ। ਪੰਜ ਭੂਤ ਏਕ ਕਰ, ਤੁਸੀਂ ਇਹਨਾਂ ਪੰਜਾਂ ਵਿਕਾਰਾਂ ਨੂੰ ਸਮੇਟ ਲਿਆ, ਇੱਕ ਭਾਵੇਂ ਕੰਟਰੋਲ ਕਰ ਲਿਆ। ਤੇ ਰਾਖ ਲੈ ਸਮਝ, ਸਮਝ ਦਾ ਅਰਥ ਹੁੰਦਾ ਹੈ ਇਕੱਠਾ ਕਰਨਾ। ਪੰਜ ਭੂਤ ਏਕ ਕਰ ਰਾਖ ਲੈ ਸਮਝ, ਤੁਸੀਂ ਇਹਨਾਂ ਪੰਜਾਂ ਨੂੰ ਸਮੇਟ ਕੇ ਇੱਕ ਥਾਂ ਤੇ ਇਕੱਠਾ ਕਰਕੇ ਤੇ ਕੰਟਰੋਲ 'ਚ ਕਰ ਲਿਆ। तो ਪਹਿਲੇ ਪੰਕਤੀ ਵਿੱਚ ਗੱਲ ਇਹ ਕਰਕੇ ਵੀ ਗੁਰੂ ਨਾਨਕ ਨੇ ਸਹਿਜ ਦੇ ਨਾਲ, ਸੋਚ ਵਿਚਾਰ ਦੇ ਨਾਲ ਪੂਰੀ ਪਰਖ ਕਰਕੇ ਤੁਹਾਡੇ ਦੇ ਉੱਤੇ, ਮੱਥੇ ਦੇ ਉੱਤੇ ਬਖਸ਼ਿਸ਼ ਦਾ ਹੱਥ ਰੱਖਿਆ, ਤਾਂ ਜਿਹਦੇ ਜਿਸ ਬਖਸ਼ਿਸ਼ ਸਦਕਾ ਤੁਹਾਡੇ ਹਿਰਦੇ ਦੇ ਅੰਦਰ ਛੇਬਰ ਲਾ ਕੇ ਅੰਮ੍ਰਿਤ ਨਾਮ ਅੰਮ੍ਰਿਤ ਦੀ ਵਰਸ਼ਾ ਹੋ ਗਈ। ਜਿਸ ਵਰਸ਼ਾ ਦੇ ਸਦਕਾ ਦੇਵਤੇ, ਇਨਸਾਨ, ਰਿਸ਼ੀ ਮੁਨੀ ਆਦਿ ਪ੍ਰਤੱਖ ਤੌਰ ਤੇ ਉਹ ਵੀ ਸਾਰੇ ਇਸ ਨਾਮ ਦੀ ਵਰਸ਼ਾ ਦੇ ਵਿੱਚ ਭਿੱਜ ਗਏ। ਫਿਰ ਉਸ ਗੁਰੂ ਨਾਨਕ ਦੀ ਬਖਸ਼ਿਸ਼ ਸਦਕਾ ਤੁਸੀਂ ਮੌਤ ਦੇ ਦੁਖਦਾਈ ਡਰ ਨੂੰ ਆਪਣਾ ਬਲ ਦਿਖਾ ਕੇ ਨਾਸ਼ ਕਰ ਦਿੱਤਾ, ਆਪਣੇ ਭਟਕਦੇ ਹੋਏ ਮਨ ਨੂੰ ਵੀ ਕੰਟਰੋਲ ਕਰ ਲਿੱਤਾ, ਅਤੇ ਪੰਜਾਂ ਦੂਤਾਂ ਨੂੰ, ਪੰਜ ਵਿਕਾਰਾਂ ਨੂੰ ਵੀ ਇਕੱਠਾ ਕਰਕੇ ਕਾਬੂ ਵਿੱਚ ਕਰ ਲਿਆ। ਪੰਜ ਭੂਤ ਏਕ ਕਰ ਰਾਖ ਲੈ ਸਮਝ, ਸਮਝ ਦਾ ਅਰਥ ਹੈ ਇਕੱਠਾ, ਇਕੱਠ। ਇਹ ਸਮਝ ਜਿਹੜਾ ਸੰਸਕ੍ਰਿਤ ਦਾ ਵਰਡ ਹੈ, ਇਸੇ ਤੋਂ ਹੀ ਬਾਅਦ ਵਿੱਚ ਵਰਡ ਸਮਾਜ ਬਣਿਆ ਹੈ। ਸਮਾਜ ਦਾ ਅਰਥ ਵੀ ਕੀ ਹੁੰਦਾ ਹੈ? ਲੋਕਾਂ ਦਾ ਸਮੂਹ, ਲੋਕਾਂ ਦਾ ਇਕੱਠ। तो ਇਹ ਸਮਝ ਦਾ ਅਰਥ ਹੈ ਇਕੱਠਾ ਕਰਨਾ। ਗੁਰੂ ਅੰਗਦ ਦੇਵ ਜੀ, ਤੁਸੀਂ ਇਹਨਾਂ ਪੰਜਾਂ ਹੀ ਚੋਰਾਂ ਨੂੰ, ਪੰਜਾਂ ਭੂਤਾਂ ਨੂੰ ਇਕੱਠੇ ਕਰਕੇ ਕੰਟਰੋਲ ਕਰ ਲਿੱਤਾ। ਅਗਲੀ ਪੰਕਤੀ 'ਚ ਭੱਟ ਜੀ ਕਹਿੰਦੇ ਹਨ, ਜਗ ਜੀਤੋ ਗੁਰਦੁਆਰ ਖੇਲੇ ਸਮਤ ਸਾਰ, ਰਥ ਉਨਮਨ ਲਿਵ ਰਾਖ ਨਿਰੰਕਾਰ। ਜਗ ਜੀਤੋ, ਜਗ ਜਿੱਤ ਲਿਆ ਹੈ ਤੁਸੀਂ, ਜਗਤ ਨੂੰ ਜਿੱਤ ਲਿਆ ਹੈ। ਗੁਰਦੁਆਰ, ਦੁਆਰ ਦੇ ਰਾਰੇ ਨੂੰ ਸਿਆਰੀ ਹੈ, ਦੁਆਰ ਦੇ ਵਿੱਚ ਤੇ, ਗੁਰਦੁਆਰੇ ਗੁਰੂ ਦੇ ਦੁਆਰ ਤੇ। ਖੇਲੇ ਸਮਤ ਸਾਰ, ਸਮਤ, ਸਮਤ ਦਾ ਅਰਥ ਹੁੰਦਾ ਹੈ ਸਮ ਦ੍ਰਿਸ਼ਟੀ, ਇੱਕ ਬਰਾਬਰ, ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਣਾ, ਇੱਕ ਬਿਨਾਂ ਕਿਸੇ ਵਿਤਕਰੇ ਦੇ ਸਭ ਨੂੰ ਇੱਕ ਸਮਾਨ ਸਮਝਣਾ। तो सम दृष्टि जड़ी है ਉਹਦਾ ਉਸ ਅਰਥ 'ਚ ਲਫ਼ਜ਼ ਯੂਜ਼ ਹੋਇਆ ਹੈ, ਸਮਤ ਸਾਰ, ਖੇਲੇ ਸਮਤ ਸਾਰ। ਸਾਰ ਦਾ ਅਰਥ ਹੁੰਦਾ ਹੈ ਗੀਟੀਆਂ, ਨਰਦਾਂ। ਜਿਵੇਂ ਪੁਰਾਣੇ ਜ਼ਮਾਨੇ 'ਚ ਚੌਪੜ ਖੇਡੀ ਜਾਂਦੀ ਸੀ, ਤੇ ਚੌਪੜ ਦੀਆਂ ਜਿਹੜੀ ਨਰਦਾਂ ਸੀ ਉਹਨਾਂ ਨੂੰ ਸਾਰ ਕਿਹਾ ਜਾਂਦਾ ਸੀ। ਜਿਵੇਂ ਆਸਾ ਕੀ ਵਾਰ ਦੇ ਅੰਦਰ ਜੋ ਆਉਂਦਾ ਹੈ ਕੱਚੀ ਪੱਕੀ ਸਾਰੀ ਹੈ, ਉੱਥੇ ਵੀ ਇਹ ਨਰਦਾਂ ਵੱਲ ਇਸ਼ਾਰਾ ਹੈ ਕਿ ਕੋਈ ਗੀਟੀ ਕੱਚੀ ਰਹਿ ਜਾਂਦੀ, ਕੋਈ ਪੱਕੀ ਹੋ ਜਾਂਦੀ। ਜਿਹੜੀ ਗੀਟੀ ਆਪਣੇ ਹੋਮ ਘਰ 'ਚ ਪਹੁੰਚ ਜਾਂਦੀ ਹੈ, ਉਹ ਗੀਟੀ, ਉਹ ਨਰਦ ਪੱਕੀ ਗਿਣੀ ਜਾਂਦੀ ਹੈ। तो ਉੱਥੇ ਕੱਚੀ ਪੱਕੀ ਸਾਰੀਏ ਦੀ ਗੱਲ ਆਈ ਸੀ। ਇੱਥੇ ਵੀ ਉਹ ਸਾਰ ਗੀਟੀ ਦੇ ਅਰਥਾਂ ਵਿੱਚ, ਨਰਦ ਦੇ ਅਰਥਾਂ ਵਿੱਚ ਆਈ ਹੈ। ਪਰ ਇੱਥੇ ਕੀ ਹੈ? ਖੇਲੇ ਸਮਤ ਸਾਰ, ਤੁਸੀਂ ਐਸੀ ਬਾਜੀ ਖੇਡਦੇ ਹੋ ਜਿੱਥੇ ਸਭ
ਸ੍ਰਿਸ਼ਟੀਆਂ ਨੂੰ ਇੱਕ ਬਰਾਬਰ ਤੁਸੀਂ ਟ੍ਰੀਟ ਕਰਦੇ ਹੋ, ਸਭ ਨੂੰ ਇੱਕ ਬਰਾਬਰ ਸਮਝਦੇ ਹੋ। तो ਸਾਰੀ ਸ੍ਰਿਸ਼ਟੀ ਦੇ ਅੰਦਰ ਸਭ ਜੀਵਾਂ ਨੂੰ ਤੁਸੀਂ ਇੱਕ ਨਜ਼ਰ ਨਾਲ ਦੇਖਦੇ ਹੋ, ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਦੇ। ਉਹ ਗੁਰੂ ਅੰਗਦ ਦੇਵ ਜੀ, ਤੁਸੀਂ ਗੁਰੂ ਨਾਨਕ ਦੇ ਦਰ ਤੇ ਆ ਕੇ ਜਗਤ ਨੂੰ ਜਿੱਤ ਲਿਆ ਹੈ ਅਤੇ ਸਮ ਦ੍ਰਿਸ਼ਟੀ ਦੀ ਬਾਜ਼ੀ ਖੇਡ ਰਹੇ ਹੋ। ਤੁਸੀਂ ਭਾਵ ਸਾਰਿਆਂ ਨੂੰ ਇੱਕ ਦ੍ਰਿਸ਼ਟੀ ਨਾਲ ਦੇਖਦੇ ਹੋ। ਫਿਰ रथ उन्मन लिव राख निरंकार। उन्मन का अर्थ होता है खिड़ा की अवस्था, पूर्ण खिड़ा, खिड़ा खेड़े की अवस्था में। खेड़े का भाव की है, खुशी का सूचक है। ਜਦੋਂ ਵੀ ਕੋਈ ਬੰਦਾ ਬਹੁਤ ਜ਼ਿਆਦਾ ਖੁਸ਼ੀ 'ਚ ਹੋਏ ਨਾ, ਅਸੀਂ ਕਹਿੰਦੇ ਹਾਂ ਉਹ ਤੇ ਖਿੜਿਆ ਹੋਇਆ ਹੈ, ਤੇ ਜਦੋਂ ਬੰਦਾ ਦੁਖੀ ਹੋਵੇ ਕਹਿੰਦੇ ਆ ਤੇ ਮੁਰਝਾਇਆ ਹੋਇਆ ਹੈ। तो ਜਿਵੇਂ ਫੁੱਲ ਖਿੜਿਆ ਹੋਇਆ ਸਭ ਨੂੰ ਚੰਗਾ ਲੱਗਦਾ ਹੈ, ਮੁਰਝਾਇਆ ਫੁੱਲ ਚੰਗਾ ਨਹੀਂ ਲੱਗਦਾ, ਇਵੇਂ ਹੀ ਖਿੜੇ ਹੋਏ ਇਨਸਾਨ ਵੀ ਦੇਖਣ ਨੂੰ, ਗੱਲਬਾਤ ਕਰਨ ਨੂੰ, ਮਿਲਣ ਗਿਲਣ ਨੂੰ ਚੰਗੇ ਲੱਗਦੇ ਹਨ। ਬੁੱਝਿਆ ਮੁਰਝਾਇਆ ਬੰਦਾ ਕਿਸੇ ਦਾ ਮਨ ਨਹੀਂ ਕਰਦਾ ਗੱਲ ਕਰਨ ਨੂੰ, ਉਹ ਆਪਣੇ ਰੋਣੇ ਹੀ ਰੋਏਗਾ, ਦੁਖੀ ਹੋਏਗਾ, ਹੋਰ ਕੋਈ ਗੱਲ, ਆਪ ਵੀ ਦੁਖੀ ਹੋਏਗਾ, ਦੂਜਿਆਂ ਨੂੰ ਵੀ ਦੁਖੀ ਕਰੇਗਾ। तो हर इंसान खिड़ाओ वाले व्यक्ति को बैठना, ਉਹਦੇ ਨਾਲ ਮਿਲਣਾ ਗਿਲਣਾ, ਗੱਲਬਾਤ ਕਰਨੀ ਪਸੰਦ ਕਰਦਾ ਹੈ। तो ਇੱਥੇ जो लफ्ज उन्मन आया है, ये खिड़ाओ की अवस्था का सूचक है। रथ उन्मन लिव राख निरंकार। तो रथ ਜਿਹੜਾ ਹੈ ਇਹ ਲਫ਼ਜ਼ ਇਹਦਾ ਜੋੜ ਲਿਵ ਦੇ ਨਾਲ ਹੈ। ਖਿੜਾਓ ਦੀ ਅਵਸਥਾ ਦੇ ਵਿੱਚ ਜੋ ਲਿਵ ਦਾ ਰਥ ਹੈ ਉਹ ਪੂਰਨ ਖਿੜਾਓ ਦੀ ਅਵਸਥਾ ਵਿੱਚ ਹੈ। ਉਸ ਨੂੰ ਰੱਖ ਕੇ ਤੁਸੀਂ ਨਿਰੰਕਾਰ ਦੇ ਨਾਲ ਆਪਣੀ ਲਿਵ ਜੋੜ ਲਈ ਹੈ। ਭਾਵ ਕੀ ਹੈ ਕਿ ਰਥ ਉਨਮਨ ਲਿਵ ਰਾਖ, ਖਿੜਾਓ ਦੀ ਨਿਰੰਕਾਰ ਦੇ ਵਿੱਚ ਲਿਵ ਜੋੜਨ ਕਰਕੇ ਤੁਹਾਡੀ ਬਿਰਤੀ ਦਾ ਪ੍ਰਵਾਹ ਜਿਹੜਾ ਹੈ ਉਹ ਪੂਰਨ ਖਿੜਾਓ ਦੀ ਅਵਸਥਾ ਵਿੱਚ ਟਿਕਿਆ ਹੋਇਆ ਹੈ। तो इस सेकंड पार्ट का जो पूरी लाइन का जो अर्थ बनता वो है कि क्योंकि तुहाडी सुरत जिहड़ी है वो निरंकार दे विच लिव जुड़ी हुई है, तो इस करके तुहाडी मानसिक अवस्था जिहड़ी है वो पूर्ण खिड़ाओ की अवस्था बनी हुई है। तो ये सारी पंक्ति का अर्थ इंज बनेगा, है गुरु अंगद देव जी, गुरु नानक दे दर ते आके तुसी जगत नूं जित लिया है। ते ਇੱਥੇ ਤੁਸੀਂ ਸਮ ਦ੍ਰਿਸ਼ਟੀ ਦੀ ਬਾਜ਼ੀ ਖੇਡਦੇ ਹੋ, ਭਾਵ ਸਭ ਜੀਵਾਂ ਨੂੰ ਇੱਕ ਬਰਾਬਰੀ ਦੀ ਨਜ਼ਰ ਨਾਲ ਦੇਖਦੇ ਹੋ ਅਤੇ ਤੁਸੀਂ ਆਪਣੀ ਸੁਰਤ ਨੂੰ ਨਿਰੰਕਾਰ ਦੇ ਵਿੱਚ ਜੋੜ ਕੇ ਪੂਰਨ ਖਿੜਾਓ ਦੀ ਅਵਸਥਾ ਦੇ ਮਾਲਕ ਬਣ ਗਏ ਹੋ। ਅੰਤਲੀ ਪੰਕਤੀ ਵਿੱਚ ਫਿਰ ਹੁਣ ਭੱਟ ਕਲ ਸਹਾਰ ਜੀ ਕਹਿੰਦੇ ਨੇ, ਕਹੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ। ਕੀਰਤ, ਕੀਰਤ ਦਾ ਅਰਥ ਹੁੰਦਾ ਹੈ ਵਡਿਆਈ, ਸ਼ੋਭਾ। ਕਲ ਸਹਾਰ ਭੱਟ ਦਾ ਨਾਮ ਹੈ। ਕਹੋ ਕੀਰਤ, हे कल सहार तू कीरत कह, तू वडियाई कह, तू गुण गा। कि सपत दीप मजार, सपत का अर्थ होता है सत, ते दीप हो गए जिहड़े धरती दे अलग अलग खंड हैं, सप्त दीप, सत्तां दीपां विच, भाव सारी दुनिया विच। मजार का अर्थ है उन्हां दे विचकार, भाव सारा दीपां दे विच, सत्तों दीपां दे विच, भाव सारी दुनिया दे विच। तो सपत दीप मजार, सत्तों ही दीपां दे अंदर, भाव सारी सृष्टि दे अंदर। लहना जगत गुरु, लहना जी जो हैं जगत गुरु नूं परस के, जो कि मुरार दा रूप हैं, उन्हां दी शोभा जिहड़ी है वो सारे संसार विच फैल रही है। तो कल सहार जी कहते हैं कि लहना जी ने जगत गुरु गुरु नानक नूं परसिया है, उन्हां दी चरनी लगे हैं। तो ये जो मुरार लफज आया है ये अकाल पुरख का सूचक है। मुरार हंकार नूं मारन वाला, ये लफज कृष्ण जी वास्ते भी वरत्या जाता है। उत्थे दे अर्थ हुंदे हन मुर जमारी, मुरारी भाव मुर राक्षस दा वैरी। पर ये लफज कृष्ण जी के नाल अटैच होने तो पहलों भी वरतों विच आंदा सी। उदों मुरार दा अर्थ हुंदा सीगा हंकार नूं मारन वाला भाव परमात्मा। कोई बड़ी नैचुरल जी गल है कि जिहड़े अकाल पुरख वाची लफज हुंदे हन वो कई बंदियां दे नाम दे नाल अटैच हो जाते हैं। जिवें अज दे जमाने च भी तुसीं देख लो कि साडे
ਸਿੱਖਾਂ ਦੇ ਘਰਾਂ ਦੇ ਅੰਦਰ ਵੀ ਤੁਹਾਨੂੰ ਕਈ ਨਾਨਕ ਸਿੰਘ ਮਿਲਣਗੇ, ਕਈ ਗੋਬਿੰਦ ਸਿੰਘ ਮਿਲਣਗੇ, ਕਈ ਅੰਗਦ ਸਿੰਘ ਵੀ ਮਿਲਣਗੇ, ਅਰਜਨ ਸਿੰਘ ਵੀ ਮਿਲਣਗੇ, ਹਰਗੋਬਿੰਦ ਸਿੰਘ ਵੀ ਮਿਲਣਗੇ। ਉਹ ਇਹ ਬੜੀ ਨੈਚੁਰਲ ਜੀ ਗੱਲ ਹੈ ਕਿ ਅਵਤਾਰੀ ਪੁਰਸ਼ਾਂ ਦੇ, ਦੇਵੀ ਦੇਵਤਿਆਂ ਦੇ ਜਾਂ ਪਰਮਾਤਮਾ ਦੇ ਜੋ ਪਰਿਆਇਵਾਚੀ ਨਾਮ ਹਨ, ਉਹਨਾਂ ਨਾਮਾਂ ਦੇ ਉੱਤੇ ਇਨਸਾਨਾਂ ਦੇ ਬੱਚਿਆਂ ਦੇ ਨਾਮ ਰੱਖ ਦਿੱਤੇ ਜਾਂਦੇ ਹਨ। तो कृष्ण जी ਦੇ ਤਾਂ ਅਨੇਕਾਂ ਹੀ ਪਰਿਆਇਵਾਚੀ ਨਾਮ ਨੇ, ਤਾਂ ਉਹਨਾਂ ਨੂੰ ਮੁਰਾਰੀ ਇਸ ਵੀ ਕਿਹਾ ਜਾਂਦਾ ਸੀ। ਪਰ ਮੁਰਾਰ ਲਫ਼ਜ਼ ਉਸ ਤੋਂ ਉਹਨਾਂ ਤੋਂ ਪਹਿਲਾਂ ਵੀ ਪਰਮਾਤਮਾ ਦੇ ਵਾਸਤੇ ਇਸਤੇਮਾਲ ਵਿੱਚ ਹੁੰਦਾ ਸੀ। ਤਾਂ ਉਸ ਮੁਰਾਰ ਪਰਮਾਤਮਾ ਦੇ ਅਰਥਾਂ ਦੇ ਵਿੱਚ ਹੀ ਭੱਟ ਖਾਲਸਾ ਹਾਰ ਜੀ ਨੇ ਇੱਥੇ ਲਫ਼ਜ਼ ਵਰਤਿਆ ਹੈ। ਪਰਸ ਦਾ ਅਰਥ ਹੁੰਦਾ ਹੈ ਪਰਸਨਾ, ਛੂਣਾ ਜਾਂ ਸੰਗਤ ਵਿੱਚ ਆ ਕੇ ਉਹਨਾਂ ਦੀ ਕਿਰਪਾ ਦੇ ਨਾਲ। ਤਾਂ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਜਾਰ, हे कल सहार तू आख ਕਿ ਹਰੀ ਦਾ ਰੂਪ ਜੋ ਜਗਤ ਗੁਰੂ ਨਾਨਕ ਦੇਵ ਜੀ ਹਨ, ਉਹਨਾਂ ਨੂੰ ਪਰਸ ਕੇ ਭਾਵ ਉਹਨਾਂ ਦੀ ਸ਼ਰਨ ਵਿੱਚ ਆ ਕੇ ਲਹਿਣੇ ਦੀ ਸ਼ੋਭਾ ਸਾਰੇ ਸੰਸਾਰ ਦੇ ਵਿੱਚ ਫੈਲ ਰਹੀ ਹੈ। ਸਪਤ ਦੀਪ ਮਜਾਲ, ਸਾਰੇ ਸੱਤੋ ਦੀਪਾਂ ਦੇ ਵਿੱਚ, ਸਾਰੇ ਜਗਤ ਦੇ ਵਿੱਚ, ਸਾਰੀ ਸ੍ਰਿਸ਼ਟੀ ਦੇ ਵਿੱਚ ਲਹਿਣਾ ਜੀ ਦੀ ਸ਼ੋਭਾ ਫੈਲ ਰਹੀ ਹੈ। ਕਿਉਂ ਫੈਲ ਰਹੀ ਹੈ? ਕਿਉਂਕਿ ਉਹ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਆਏ ਹਨ। ਉਹਨਾਂ ਦੀ ਸ਼ਰਨ ਵਿੱਚ ਆ ਕੇ, ਉਹਨਾਂ ਦੀ ਸੰਗਤ ਨੂੰ ਵਿੱਚ ਰਹਿ ਕੇ ਲਹਿਣਾ ਜੀ ਦੀ ਸ਼ੋਭਾ ਵੀ ਸਾਰੀ ਦੁਨੀਆ ਦੇ ਅੰਦਰ ਹੋ ਰਹੀ ਹੈ। ਉਹ ਕਲ ਸਹਾਰ ਕਹਿੰਦਾ ਹੈ, ਇਹ ਗੱਲ ਤੂੰ ਆਖ ਕਹੋ ਕੀਰਤ ਕਲ ਸਹਾਰ ਸਪਤ ਦੀ ਮਝਾਰ ਲਹਿਣਾ ਜਗਤ ਗੁਰੂ ਪਰਸ ਮੁਰਾਰ। ਲਹਿਣਾ ਜੀ ਦੀ ਸ਼ੋਭਾ ਹੋ ਰਹੀ ਹੈ ਸੱਤੋ ਦੀਪਾਂ ਦੇ ਅੰਦਰ, ਜਗਤ ਗੁਰੂ ਗੁਰੂ ਨਾਨਕ ਦੇਵ ਜੀ ਜੋ ਪਰਮਾਤਮਾ ਦਾ ਹੀ ਰੂਪ ਹਨ, ਉਹਨਾਂ ਦੀ ਚਰਨੀ ਲੱਗ ਕੇ। ਹੁਣ दूसरा सोइया को पढ़ते हैं जी। झांकी दृष्ट अमृत तार कालुख खन उतार तिमर अज्ञान जाहे दरस द्वार। इतने फिर वो फॉन्ट की थोड़ी समस्या है कि अज्ञान लफज जड़ा है ना, वो असल में गग्गे के पैरी अद्धा यइया है, तो वो फॉन्ट की कुछ प्रॉब्लम करके अद्धे यइये की जगह इतने डबल यइया जड़ा है अद्धा अद्धा दो बार प्रिंट होया है। तो ये दोनों यइये डिलीट करके समझ लो इन्हू गग्गे के पैरी अद्धा यइया पढ़ना है। तो कन्ना जड़ा है वो गग्गे तो बाद लग्या होया है, पर जिवें कि नियम है कि जड़ा पैरी अखर हुंदा है मात्रा उहदे नाल पढ़ी जाती है, तो इसदा उच्चारण होएगा अज्ञान। तो कन्ना जड़ा है वो यइये अद्धे दे नाल उच्चारण होएगा अज्ञान। तिमर अज्ञान जाहे दरस द्वार। ओए जो सेवै शब्द सार गाखड़ी बिखमकार ते नर भव उतार तिये निरपार। सत्संगत सहज सार जागीले गुर विचार निमरी पूत सदीव परम प्यार। ओ कीरत कल सहार सपद दीप मजार लैना जगत गुरु परस मुरार। झांकी दृष्ट अमृत तार, दृष्ट दृष्टि भाव नजर, अमृत तार अमृत की वर्खा करने वाली, अमृत की धारा के रूप में वसन वाली। कालुख ये लल्ले नूं औंकड़ है, ये जड़ा है क्योंकि विचकारले अखर के नाल आया है, तो इस औंकड़ का उच्चारण होएगा। गुरबाणी दे विच उच्चारण के जो नियम हैं उसके मुताबिक जो लफज के आखिरी अखर के थले औंकड़ हुंदी है या सियारी हुंदी है, वो साइलेंट हुंदी है। पर मिडल वाले अखर विचकारले अखर के नाल जे कोई मात्रा लगी हुंदी है तो उसका उच्चारण किया जाता है। तो इसलिए इन्हू कालख ना पढ़ के कालुख पढ़िया जाएगा। कालुख अर्थ इसका कालख ही है, पर उच्चारण कालुख होएगा। जाके दृष्ट अमृत तार कालुख खन उतार। खन खन का अर्थ हुंदा है पुट के, खनन करके, खनन। जिवें ये हिंदी का संस्कृत तो आया लफज है जिहदा अर्थ हुंदा है धरती चों पुट के कोई चीज़ कढनी। जिवें खाना हुंदियां ने, खाना दे विचों असीं खनन करदे हां ते अंदरों खनिज पदार्थ सानूं प्राप्त हुंदे हन। तो खनिज हुंदा है जो खन के पुट के लभ्या है। खान जिहदे अंदर पदार्थ पिया होया है ਉਹਦਾ ਖਨਨ ਕੀਤਾ ਜਾਂਦਾ, ਖਾਣਿਆ ਜਾਂਦਾ ਉਸਨੂੰ, ਤਾਂ ਉਹਦੇ ਵਿੱਚੋਂ ਖनिज पदार्थ मिलते हैं। तो खन का अर्थ है पुट के कोई चीज हासिल करनी। तो कालुख खन उतार। तिमर तिमर का अर्थ ਹੁੰਦਾ ਹਨੇਰਾ, अज्ञान अज्ञानता, ज्ञान तो रहत।
दर्श द्वार, दर्श मैंने दर्शन, दर द्वार मैंने दर दरवाजा। तो ये हुण गुरु अंगद देव जी के बारे भट्ट कलसार जी कह रहे हैं कि जाकी दृष्ट अमृत तार, जिस गुरु अंगद देव जी की दृष्टि अमृत वसान वाली है, अमृत की धारा बन के जो वरसदी है, गुरु अंगद की दृष्टि भाव वो सारिਆਂ ਦੇ ਉੱਤੇ ਆਪਣੀ ਮਿਹਰ ਦੀ ਬਖਸ਼ਿਸ਼ ਦੀ ਨਜ਼ਰ ਰੱਖਦੇ ਹਨ, ਦਇਆਵਾਨ ਹਨ, ਸਭ ਦਾ ਭਲਾ ਲੋਚਦੇ ਹਨ, ਸਭ ਦਾ ਭਲਾ ਕਰਦੇ ਹਨ। ਤਾਂ ਉਹਨਾਂ ਦੀ ਦ੍ਰਿਸ਼ਟੀ ਵਿੱਚ ਮਾਨੋ ਅੰਮ੍ਰਿਤ ਵਸਦਾ ਹੈ। ਜਿਵੇਂ ਕੋਈ ਬੰਦਾ ਬਹੁਤ ਹੀ ਜ਼ਿਆਦਾ ਕ੍ਰੋਧੀ ਹੋਵੇ ਤੇ ਘੂਰ ਕੇ ਲੋਕਾਂ ਨੂੰ ਅੱਖਾਂ ਲਾਲ ਕਰਕੇ ਵੇਖਦਾ ਹੋਵੇ, ਤਾਂ ਕੋਈ ਕੀ ਕਹਿੰਦਾ ਹੈ ਕਿ ਇਹਦੀ ਅੱਖਾਂ 'ਚ ਤੇ ਅੱਗ ਵਰਸਦੀ ਹੈ, ਵੀ ਇਹ ਤੇ ਸ਼ਕਲ ਦੇਖੋ ਤੇ ਲੱਗਦਾ ਇੰਜ ਜਿਵੇਂ ਗੁੱਸੇ ਦਾ ਭਰਿਆ ਹੋਇਆ, ਹੁਣੇ ਕਿਸੇ ਨੂੰ ਖਾ ਜਾਏਗਾ, ਮਾਰੇਗਾ, ਉਹਦੀ ਅੱਖਾਂ 'ਚੋਂ ਅੱਗ ਵਰਦੀ ਹੈ। ਪਰ ਜਿਸ ਦੇ ਹਿਰਦੇ ਦੇ ਵਿੱਚ ਸਭ ਵਾਸਤੇ ਪਿਆਰ ਹੋਵੇ, ਸਭ ਦੇ ਭਲਾਈ ਦੀ ਭਾਵਨਾ ਹੋਵੇ, ਸਰਬੱਤ ਦੇ ਭਲੇ ਦਾ ਜਿਹਦੇ ਮਨ ਦੇ ਅੰਦਰ ਹੋਵੇ, ਕਰੁਣਾ ਹੋਵੇ, ਗਰੀਬਾਂ ਨਾਥਾਂ ਵਾਸਤੇ ਪਿਆਰ ਦੀ ਸੰਵੇਦਨਾ ਦੀ ਭਾਵਨਾ ਹੋਵੇ, ਤਾਂ ਉਹਨਾਂ ਦੀ ਦ੍ਰਿਸ਼ਟੀ ਵਿੱਚੋਂ ਅੰਮ੍ਰਿਤ ਵਸਦਾ ਹੈ। ਜਾਂ ਕੀ ਦ੍ਰਿਸ਼ਟ ਅੰਮ੍ਰਿਤ ਤਾਰ, ਕਾਲੁਖ ਖਨ ਉਤਾਰ, ਵਿਕਾਰਾਂ ਦੀ ਕਾਲਖ ਨੂੰ ਉਹ ਪੁੱਟ ਕੇ ਦੂਰ ਕਰਨ ਦੇ ਸਮਰੱਥ ਹਨ। ਖਨ ਕਾਲਖ ਨੂੰ, ਵਿਕਾਰਾਂ ਦੀ ਜਿਹੜੀ ਕਾਲਖ ਹੈ ਜੋ ਕਿਸੇ ਵੀ ਇਨਸਾਨ ਦੇ ਹਿਰਦੇ ਨੂੰ ਚੰਬੜੀ ਹੁੰਦੀ ਹੈ, ਉਹ ਉਸ ਹਿਰਦੇ ਵਿੱਚੋਂ ਮਾਨੋ ਪੁੱਟ ਕੇ ਉਹਨੂੰ ਦੂਰ ਕਰ ਦਿੰਦੇ ਹਨ, ਪਾਸੇ ਕਰ ਦਿੰਦੇ ਹਨ। ਮੁੜ ਕੇ ਉੱਥੇ ਉਹ ਰਹਿੰਦੀ ਹੀ ਨਹੀਂ ਹੈ, ਪੂਰੀ ਤਰ੍ਹਾਂ ਨਾਲ ਪੁੱਟ ਕੇ ਵੱਖਰਾ ਕਰ ਦਿੰਦੇ ਹਨ, ਉਹਦਾ ਫਿਰ ਲੇਸ਼ ਮਾਤਰ ਵੀ ਵਾਪਸ ਉੱਥੇ ਬਚਦਾ ਨਹੀਂ ਹੈ। ਕਾਲਖ ਖਨ ਉਤਾਰ, ਪੁੱਟ ਕੇ ਉਹਨੂੰ ਪਰੇ ਕਰ ਦਿੰਦੇ ਹਨ। ਐਸੇ ਸਮਰੱਥ ਹਨ। ਤਿਮਰ ਅਗਿਆਨ ਜਾਹੇ ਦਰਸ਼ ਦੁਆਰ, ਉਹਨਾਂ ਦੇ ਦਰ ਦਾ ਦਰਸ਼ਨ, ਦਰਸ਼ ਦੁਆਰ, ਉਹਨਾਂ ਦੇ ਦਰ ਦਾ ਦਰਸ਼ਨ ਕਰਨ ਨਾਲ ਕੀ ਹੁੰਦਾ ਹੈ? ਤਿਮਰ ਅਗਿਆਨ ਜਾਹੇ, ਅਗਿਆਨਤਾ ਆਦਿਕ ਹਨੇਰੇ ਜਿਹੜੇ ਹਨ ਉਹ ਦੂਰ ਹੋ ਜਾਂਦੇ ਹਨ। ਤਿਮਰ ਹਨੇਰਾ, ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਅਗਿਆਨਤਾ ਨੂੰ ਆਮ ਤੌਰ ਤੇ ਅੰਧੇਰੇ ਦੇ ਨਾਲ ਹੀ ਤੁਲਨਾ ਦਿੱਤੀ ਜਾਂਦੀ ਹੈ। ਜਿਵੇਂ ਕਿਸੇ ਬੰਦੇ ਨੂੰ ਹਨੇਰੇ ਕਮਰੇ ਦੇ ਵਿੱਚ ਬੰਦ ਕਰ ਦਿਓ ਤਾਂ ਉਹਨੂੰ ਰਾਹ ਹੀ ਨਹੀਂ ਲੱਭਦਾ, ਠੋਕਰਾਂ ਖਾਂਦਾ ਫਿਰਦਾ ਹੈ, ਭਟਕਦਾ ਫਿਰਦਾ ਹੈ। ਇਵੇਂ ਹੀ ਦੁਨੀਆ ਦੇ ਅੰਦਰ ਜਿਹੜੇ ਅਗਿਆਨੀ ਮਨੁੱਖ ਹਨ, ਜਿਨ੍ਹਾਂ ਨੂੰ ਜੀਵਨ ਦੀ ਜੋ ਤਰਜ਼ ਹੈ, ਜੋ ਜੀਵਨ ਕਿਵੇਂ ਬਤੀਤ ਕਰਨਾ ਹੈ, ਜੀਵਨ ਦਾ ਮਨੋਰਥ ਕੀ ਹੈ, ਇਸ ਪੱਖ ਵੱਲੋਂ ਪੂਰੀ ਤਰ੍ਹਾਂ ਨਾਲ ਜਿਹੜੇ ਅਗਿਆਨੀ ਹਨ, ਅਣਜਾਣ ਹਨ, ਤਾਂ ਉਹਨਾਂ ਨੂੰ ਆਪਣੇ ਜੀਵਨ ਦੀ ਤੋਰ ਵਾਸਤੇ ਵੀ ਕੋਈ ਠੁਕਦਾ ਰਾਹ ਨਹੀਂ ਲੱਭਦਾ, ਭਟਕਦੇ ਹੀ ਫਿਰਦੇ ਹਨ। ਨਾ ਅਧਿਆਤਮ ਦੇ ਮਾਰਗ ਦੀ ਉਹਨਾਂ ਨੂੰ ਕੋਈ ਸੋਝੀ ਪੈਂਦੀ ਹੈ, ਨਾ ਹੀ ਦੁਨੀਆਦਾਰੀ ਦੇ ਕਿਸੇ ਕੰਮ ਦੀ ਉਹਨਾਂ ਨੂੰ ਕੋਈ ਸੋਝੀ ਪੈਂਦੀ ਹੈ। ਸਾਰੀ ਜ਼ਿੰਦਗੀ ਉਹ ਭਟਕਦਿਆਂ ਹੋਇਆਂ ਹੀ ਗੁਜ਼ਾਰ ਦਿੰਦੇ ਹਨ, ਮਾਨੋ ਉਹ ਅਗਿਆਨਤਾ ਦੇ ਅੰਧੇਰੇ ਦੇ ਵਿੱਚ ਹੀ ਠੋਕਰਾਂ ਖਾਂਦੇ ਫਿਰਦੇ ਹਨ। ਪਰ ਭੱਟ ਕਲਸਹਾਰ ਜੀ ਕਹਿੰਦੇ ਹਨ ਕਿ ਗੁਰੂ ਅੰਗਦ ਦੇਵ ਜੀ ਦੀ ਜੋ ਦ੍ਰਿਸ਼ਟੀ ਹੈ ਉਹ ਅੰਮ੍ਰਿਤਮਈ, ਅੰਮ੍ਰਿਤ ਵਸਾਨ ਵਾਲੀ ਹੈ, ਸਰਬੱਤ ਦਾ ਭਲਾ ਕਰਨ ਵਾਲੀ ਹੈ। ਇਹ ਵਿਕਾਰੀ ਜੀਵਾਂ ਦੇ ਮਨ ਦੇ ਵਿੱਚੋਂ ਵਿਕਾਰਾਂ ਦੀ ਕਾਲਖ ਨੂੰ ਪੁੱਟ ਕੇ ਉਤਾਰ ਕਰਕੇ ਦੂਰ ਕਰ ਦਿੰਦੀ ਹੈ। ਅਤੇ ਐਸੇ ਗੁਰੂ ਅੰਗਦ ਦੇਵ ਜੀ ਦੇ ਦਰ ਦੇ ਦਰਸ਼ਨ ਕਰਕੇ ਹੀ ਅਗਿਆਨਤਾ ਰੂਪੀ ਅੰਧੇਰਾ ਜਿਹੜਾ ਹੈ ਉਹ ਦੂਰ ਹੋ ਜਾਂਦਾ ਹੈ। तो ਜਿਹੜੇ ਅਗਿਆਨੀ ਪੁਰਸ਼ ਵੀ ਹਨ ਉਹ ਵੀ ਗੁਰੂ ਅੰਗਦ ਜੀ ਦੀ ਸ਼ਰਨ ਵਿੱਚ ਆ ਕੇ, ਉਹਨਾਂ ਦੀ ਸੰਗਤ ਵਿੱਚ ਆ ਕੇ ਗਿਆਨਵਾਨ ਹੋ ਜਾਂਦੇ ਹਨ। ਓਏ ਜੋ ਸੇਵੇਂ ਸ਼ਬਦ ਸਾਰ, ਗਾਖੜੀ ਬਿਖਮਕਾਰ, ਤੇ ਨਰ ਭਾਵ ਉਤਾਰ ਕੀਏ ਨਿਰਭਾਰ। ਓਏ ਉਹ ਮਨੁੱਖ ਜਿਹੜੇ ਗੁਰੂ ਅੰਗਦ ਦੀ ਸ਼ਰਨ ਵਿੱਚ ਆਉਂਦੇ ਹਨ। ਜੋ ਸੇਵੇਂ ਸ਼ਬਦ ਸਾਰ, ਜੋ ਓਏ ਜੋ ਉਹ ਜਿਹੜੇ ਸੇਵੇਂ ਸੇਵਦੇ ਹਨ, ਸੇਵਾ ਭਾਵ ਜਪਦੇ ਹਨ। ਸ਼ਬਦ ਸਾਰ, ਸਾਰ ਦਾ ਅਰਥ ਹੁੰਦਾ ਹੈ ਸ੍ਰੇਸ਼ਟ ਸ਼ਬਦ, ਗੁਰੂ ਦੀ ਸਿੱਖਿਆ ਬਾਣੀ। ਓਏ ਜੋ ਸੇਵੇਂ ਸ਼ਬਦ ਸਾਰ, ਗਾਖੜੀ ਬਿਖਮਕਾਰ, ਗਾਖੜੀ ਦਾ ਅਰਥ ਵੀ ਹੁੰਦਾ ਹੈ ਔਖੀ, ਤੇ ਬਿਖਮ ਦਾ ਅਰਥ ਵੀ ਬਿਖੜਾ ਜਾਂ ਔਖਾ ਹੀ ਹੁੰਦਾ ਹੈ। ਦੋਵੇਂ ਤਕਰੀਬਨ ਸਮਰਥਕ ਹੀ ਲਫ਼ਜ਼ ਹਨ। ਗਾਖੜੀ ਦਾ ਵੀ ਅਰਥ ਔਖਾ ਹੈ, ਬਿਖਮ ਵੀ ਬਿਖਮ ਜਾਂ ਬਿਖੜਾ ਜਾਂ ਔਖਾ। ਤੋ ਉਹਨਾਂ ਬੰਦਿਆਂ ਦੇ ਬਾਰੇ ਭੱਟ ਕਲਸਹਾਰ ਜੀ ਗੱਲ ਕਰ ਰਹੇ ਹਨ ਕਿ ਉਹ ਮਨੁੱਖ, ਓਏ ਜੋ ਸੇਵੇਂ ਸ਼ਬਦ ਸਾਰ, ਉਹ ਮਨੁੱਖ ਜਿਹੜੇ ਸ਼੍ਰੇਸ਼ਟ ਸ਼ਬਦ ਨੂੰ ਜਪਦੇ ਹਨ, ਭਾਵ ਗੁਰੂ ਦੀ ਸਿੱਖਿਆ ਨੂੰ ਹਿਰਦੇ ਦੇ ਅੰਦਰ ਟਿਕਾ ਲੈਂਦੇ ਹਨ। ਇਹ ਹੈ ਔਖਾ ਕੰਮ ਹੈ। ਗਾਖੜੀ ਬਿਖਮਕਾਰ, ਕਾਰ ਦਾ ਹੁੰਦਾ ਕੰਮ,
तो ਉਹ ਜਿਹੜੇ ਬੰਦੇ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਟਿਕਾ ਲੈਂਦੇ ਹਨ, ਇਹ ਔਖਾ ਕੰਮ ਕਰਦੇ ਹਨ। ਤੇ ਨਰ ਭਵ ਉਤਾਰ, ਤੇ ਮੈਨੇ ਉਹ ਨਰ, ਉਹ ਮਨੁੱਖ, ਭਵ ਉਤਾਰ, ਭਵ ਦਾ ਅਰਥ ਹੈ ਸੰਸਾਰ ਸਾਗਰ, ਉਤਾਰ ਮੈਨੇ ਪਾਰ ਹੋ ਜਾਣਾ, ਕੀਏ ਨਿਰਭਾਰ, ਨਿਰਭਾਰ ਦਾ ਅਰਥ ਹੋ ਜਾਂਦਾ ਹੈ ਭਾਰ ਤੋਂ ਰਹਿਤ, ਮੁਕਤ, ਮੁਕਤ ਹੋ ਜਾਣਾ। ਉਹਨਾਂ ਦੇ ਉੱਤੇ ਫਿਰ ਕੋਈ ਬੋਝਾ ਨਹੀਂ ਰਹਿ ਜਾਂਦਾ, ਕੋਈ ਬੰਧਨ ਨਹੀਂ ਰਹਿ ਜਾਂਦਾ। ਤੋ ਭੱਟ ਕਲਸਹਾਰ ਜੀ ਕਹਿੰਦੇ ਹਨ ਕਿ ਉਹ ਮਨੁੱਖ ਜਿਹੜੇ श्रेष्ठ शब्द ਨੂੰ ਜਪਦੇ ਹਨ, ਭਾਵ ਆਪਣੇ ਹਿਰਦੇ ਵਿੱਚ ਟਿਕਾਉਂਦੇ ਹਨ। ਇਹ ਇੱਕ ਔਖਾ ਕੰਮ ਹੈ, ਪਰ ਇਹ ਐਸੇ ਔਖੀ ਵਿਖੜੀ ਕਾਰ ਕਰਦੇ ਹਨ, ਇਹ ਔਖਾ ਕੰਮ ਕਰਦੇ ਹਨ, ਐਸੀ ਹਿੰਮਤ ਕਰਦੇ ਹਨ, ਉਹਨਾਂ ਨੂੰ ਸੰਸਾਰ ਸਾਗਰ ਤੋਂ ਪਾਰ ਲੰਘਾ ਕੇ ਸਤਿਗੁਰੂ ਜੀ ਮੁਕਤ ਕਰ ਦਿੰਦੇ ਹਨ, ਪਾਰ ਕਰ ਦਿੰਦੇ ਹਨ। ਉਹਨਾਂ ਦੇ ਉੱਤੋਂ ਜਿਹੜਾ ਪਾਪਾਂ ਦਾ, ਵਿਕਾਰਾਂ ਦਾ ਬੋਝ ਜਿਹੜਾ ਹੈ ਉਹ ਉਤਰ ਜਾਂਦਾ ਹੈ, ਉਹ ਬਿਲਕੁਲ ਹੌਲੇ ਨਿਰਭਾਰ ਹੋ ਜਾਂਦੇ ਹਨ। ਸਤ ਸੰਗਤ ਸਹਿਜ ਸਾਰ, ਜਾਗੀ ਲੈ ਗੁਰ ਵਿਚਾਰ, ਨਿਮਰੇ ਭੂਤ ਸਦੀਵ ਪਰਮ ਪਿਆਰ। ਸਤ ਸੰਗਤ ਸਹਿਜ ਸਾਰ, ਸਹਿਜ ਸਾਰ ਦਾ ਮਤਲਬ ਹੈ ਸਹਿਜ ਦੀ ਅਵਸਥਾ ਨੂੰ ਸੰਭਾਲ ਕੇ। ਇੱਥੇ ਸਾਰ ਜਿਹੜਾ ਹੈ ਸੰਭਾਲਣ ਦੇ ਅਰਥਾਂ ਵਿੱਚ ਆਇਆ ਹੈ। ਜਿਵੇਂ ਉਹ ਪੰਕਤੀ ਹੈ ਨਾ ਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। तो आम तौर पर ना लोग ਇਹਨੂੰ ਕੋਟ ਕਰਦੇ ਨੇ ਤੇ ਕਹਿ ਦਿੰਦੇ ਨੇ ਕਿ ਬਾਣੀ ਦੇ ਅੰਦਰ ਸਾਰੇ ਅੰਮ੍ਰਿਤ ਹਨ, ਪਰ ਉਹ ਇਸ ਗੱਲ ਵੱਲ ਧਿਆਨ ਦੇਣਾ ਭੁੱਲ ਜਾਂਦੇ ਹਨ ਕਿ ਅੰਮ੍ਰਿਤ ਦੇ ਤੱਤੇ ਨੂੰ ਔਂਕੜ ਹੈ, ਜਿਹੜਾ ਕਿ ਇੱਕ ਵਚਨ ਨਾਉਣ ਦਾ ਸੂਚਕ ਹੈ। ਉਹ ਇੱਥੇ ਇਹ ਸਾਰੇ ਅਗਰ ਜੇ ਆਲ ਦੇ ਅਰਥਾਂ ਵਿੱਚ ਕਰੀਏ ਤਾਂ ਅੰਮ੍ਰਿਤ ਬਹੁਵਚਨ ਹੋਣਾ ਚਾਹੀਦਾ ਹੈ, ਪਰ ਇਹ ਅੰਮ੍ਰਿਤ ਤਾਂ ਇੱਕ ਵਚਨ ਹੈ। तो सारे ਜਿਹੜਾ ਹੈ ਉੱਥੇ ਆਲ ਦੇ ਅਰਥਾਂ ਵਿੱਚ ਨਹੀਂ ਆਇਆ, ਸਾਰੇ ਦਾ ਅਰਥ ਆਇਆ ਸੰਭਾਲਦੇ ਹਨ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਉਹ ਬਾਣੀ ਦੇ ਵਿੱਚ ਹੀ ਅੰਮ੍ਰਿਤ ਦੀ, ਜੋ ਅੰਮ੍ਰਿਤ ਦੀ ਸੰਭਾਲ ਕਰਦੇ ਹਨ। ਸਾਰੇ ਉੱਥੇ ਸੰਭਾਲਣ ਦੇ ਅਰਥਾਂ ਵਿੱਚ ਆਇਆ ਹੈ। ਇਵੇਂ ਹੀ ਇੱਥੇ ਵੀ ਸਤ ਸੰਗਤ ਸਹਿਜ ਸਾਰ, ਸਹਿਜ ਸਾਰ, ਸਹਿਜ ਦੀ ਸਾਰ ਕਰਕੇ ਸਹਿਜ ਅਵਸਥਾ ਨੂੰ ਸੰਭਾਲ ਕੇ, ਸਤ ਸੰਗਤ ਦੇ ਅੰਦਰ ਸਹਿਜ ਅਵਸਥਾ ਨੂੰ ਸੰਭਾਲ ਕੇ, ਜਾਗੀ ਲੈ ਗੁਰ ਵਿਚਾਰ, ਜਾਗੀ ਲੈ ਭਾਵ ਜਾਗਦੇ, ਜਾਗਦੇ ਹਨ, ਗੁਰ ਵਿਚਾਰ, ਗੁਰੂ ਦੀ ਦੱਸੀ ਹੋਈ ਵਿਚਾਰ ਦੇ ਦੁਆਰਾ, ਵਿਚਾਰ ਦੇ ਰਾਰੇ ਨੂੰ ਸਿਹਾਰੀ ਹੈ, ਜਿਹਦਾ ਅਰਥ ਹੈ ਵਿਚਾਰ ਦੇ ਰਾਹੀਂ, ਵਿਚਾਰ ਦੁਆਰਾ। ਨਿਮਰੀ ਭੂਤ, ਨਿਮਰੀ ਭੂਤ ਦਾ ਅਰਥ ਹੈ ਨਿਮਰਤਾ ਦੇ ਸੁਭਾਅ ਵਾਲਾ, ਨਿਮਰੀ ਭੂਤ। ਇਹ ਵੈਸੇ ਸੰਧੀ ਜਿਹੜੀ ਸੰਸਕ੍ਰਿਤ ਵਿੱਚ ਸੰਧੀ ਕਰਕੇ ਲਫ਼ਜ਼ ਬੋਲਿਆ ਜਾਂਦਾ ਹੈ, ਜਿਹਦਾ ਅਰਥ ਹੁੰਦਾ ਹੈ ਨਿਮਰਤਾ ਦੇ ਸੁਭਾਅ ਵਾਲਾ, ਨਿਮਰੀ ਭੂਤ। ਨਿਮਰੀ ਭੂਤ ਸਦੀਵ ਪਰਮ ਪਿਆਰ। तो ਉਹ ਮਨੁੱਖ ਜਿਹੜੇ ਸਤ ਸੰਗਤ ਦੇ ਵਿੱਚ ਸਹਿਜ ਅਵਸਥਾ ਦੀ ਸੰਭਾਲ ਕਰਦੇ ਹਨ, ਸਤਿਗੁਰੂ ਦੀ ਦੱਸੀ ਹੋਈ ਵਿਚਾਰ ਦੀ ਬਰਕਤ ਦੇ ਨਾਲ ਜਿਨ੍ਹਾਂ ਦੇ ਮਨ ਜਾਗ ਪੈਂਦੇ ਹਨ, ਜਾਗੀ ਲੈ ਗੁਰ ਵਿਚਾਰ, ਉਹ ਨਿਮਰੀ ਭੂਤ, ਉਹ ਸਦਾ ਨਿਮਰਤਾ ਅਤੇ ਪਰਮ ਪਿਆਰ ਦੇ ਵਿੱਚ ਭਿੱਜੇ ਰਹਿੰਦੇ ਹਨ। ਨਿਮਰੀ ਭੂਤ ਸਦੀਵ ਪਰਮ ਪਿਆਰ, ਨਿਮਰਤਾ ਦੇ ਵਿੱਚ ਅਤੇ ਪਰਮ ਪਿਆਰ ਦੀ ਅਵਸਥਾ ਦੇ ਵਿੱਚ ਰਹਿੰਦੇ ਹਨ। ਕਿਵੇਂ? ਸਤ ਸੰਗਤ ਦੇ ਵਿੱਚ ਜੁੜ ਕੇ ਸਹਿਜ ਦੀ ਟਿਕਾ ਦੀ ਅਵਸਥਾ ਦੀ ਸੰਭਾਲ ਕਰਕੇ ਗੁਰੂ ਦੀ ਦਿੱਤੀ ਹੋਈ ਵਿਚਾਰ ਦੇ ਨਾਲ ਆਪਣੀ ਆਤਮਿਕ ਅਵਸਥਾ ਨੂੰ, ਆਪਣੇ ਮਨ ਨੂੰ ਜਗਾ ਲੈਂਦੇ ਹਨ। ਇਸ ਤਰੀਕੇ ਦੇ ਨਾਲ ਉਹ ਨਿਮਰਤਾ ਤੇ ਪਿਆਰ ਦੀ ਅਵਸਥਾ ਦੇ ਵਿੱਚ ਹਮੇਸ਼ਾ ਭਿੱਜੇ ਰਹਿੰਦੇ ਹਨ। ਅੰਤਲੀ ਪੰਕਤੀ ਫਿਰ ਉਹੀ ਗੱਲ ਦੁਬਾਰਾ ਦੁਹਰਾਉਂਦੇ ਹਨ ਜੋ ਦੂਸਰੇ ਸਵਈਏ, ਜੋ ਪਹਿਲੇ ਸਵਈਏ ਦੇ ਅਖੀਰ ਦੇ ਵਿੱਚ ਕਿਹਾ ਸੀ, ਕੋ ਕੀਰਤ ਕਲ ਸਹਾਰ, ਸਪਤ ਦੀਪ ਮਝਾਰ, ਲੈ ਜਗਤ ਗੁਰੂ ਪਰਸ ਮੁਰਾਰ। ਇਹ ਕਲ ਸਹਾਰ ਆਖ ਕੇ ਮੁਰਾਰ ਰੂਪ, ਹਰੀ ਦਾ ਰੂਪ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਨੂੰ ਪਰਸ ਕੇ ਉਹਨਾਂ ਦੀ ਸ਼ਰਨ ਵਿੱਚ ਆ ਕੇ ਗੁਰੂ ਅੰਗਦ ਦੇਵ ਜੀ ਦੀ ਸ਼ੋਭਾ, ਲਹਿਣਾ ਜੀ ਦੀ ਸ਼ੋਭਾ ਸਾਰੇ ਸੰਸਾਰ ਦੇ ਵਿੱਚ ਫੈਲ ਰਹੀ ਹੈ, ਪਸਰ ਰਹੀ ਹੈ। ਉਹ ਕੀਰਤ ਕਲ ਸਹਾਰ, ਸਪਤ ਦੀਪ, ਸਪਤ ਦੀਪ ਸਾਰੀ ਸ੍ਰਿਸ਼ਟੀ ਦੇ ਵਿੱਚ, ਮਝਾਰ ਦੇ ਵਿੱਚ, ਲਹਿਣਾ ਜਗਤ ਗੁਰੂ ਪਰਸ ਮੁਰਾਰ, ਲਹਿਣਾ ਜੀ ਨੇ ਜਗਤ ਗੁਰੂ परमात्मा के रूप श्री गुरु नानक देव जी की शरण ਲਈ है, जिस की बख्शिश सदका ਉਹਨਾਂ ਦੀ शोभा सारी दुनिया ਦੇ ਵਿੱਚ फैल रही है।
ਇਹ ਅੱਜ ਦੇ ਦੋ ਸਵਈਆਂ ਦੀ ਵਿਚਾਰ ਇਸ ਤਰ੍ਹਾਂ ਹੈ। ਅਖੀਰ ਦੇ ਵਿੱਚ ਇੱਕ ਵਾਰੀ ਫਿਰ ਬਿਲਕੁਲ ਸੰਖੇਪ ਵਿੱਚ ਦੁਹਰਾ ਲੈਂਦੇ ਹਾਂ। ਪਹਿਲੇ ਸਵਈਏ ਦਾ ਆਰੰਭ ਭੱਟ ਖਾਲਸਾ ਆਰ ਜੀ ਕਰਦੇ ਹਨ, ਅਕਾਲ ਪੁਰਖ ਦੀ ਮਹਿਮਾ ਕਰਕੇ ਕਿ ਉਹ ਅਕਾਲ ਪੁਰਖ ਧਨ ਹੈ, ਸਰਵ ਵਿਆਪਕ ਹੈ, ਸਾਰੀ ਸ੍ਰਿਸ਼ਟੀ ਦਾ ਮੂਲ ਕਾਰਨ ਹੈ, ਸਿਰਜਣ ਵਾਲਾ ਹੈ, ਸਮਰੱਥ ਹੈ। ਗੁਰੂ ਨਾਨਕ ਵੀ ਧਨ ਹੈ, ਜਿਸ ਸਤਿਗੁਰੂ ਨੇ ਗੁਰੂ ਅੰਗਦ ਦੇਵ ਜੀ ਦੇ ਮੱਥੇ ਦੇ ਉੱਤੇ ਹੱਥ ਧਰਿਆ ਹੈ, ਸਹਿਜ ਨਾਲ ਧਰਿਆ ਹੈ, ਪੂਰੇ ਠਹਿਰਾਅ ਦੇ ਨਾਲ ਸੋਚ ਸਮਝ ਕੇ ਪਰਖ ਕੇ ਧਰਿਆ ਹੈ, ਜਿਸ ਦੀ ਬਖਸ਼ਿਸ਼ ਸਦਕਾ ਗੁਰੂ ਅੰਗਦ ਦੇ ਹਿਰਦੇ ਦੇ ਅੰਦਰ ਅੰਮ੍ਰਿਤ ਦੀ ਧਾਰ ਲੜੀ ਝੜੀ ਲਾ ਕੇ ਛੇਬਰ ਲਾ ਕੇ ਵਸ ਰਹੀ ਹੈ, ਔਰ ਜਿਹਦੇ ਸਦਕਾ ਦੇਵਤੇ ਮਨੁੱਖ ਤੇ ਰਿਸ਼ੀ ਮੁਨੀ ਵੀ ਸਾਰੇ ਇਸ ਅੰਮ੍ਰਿਤ ਧਾਰਾ ਦੇ ਨਾਲ ਭਿੱਜ ਰਹੇ ਹਨ। हे ਗੁਰੂ ਅੰਗਦ ਦੇਵ ਜੀ, ਤੁਸੀਂ ਦੁਖਦਾਈ ਕਾਲ ਨੂੰ ਆਪਣਾ ਬਲ ਦਿਖਾ ਕੇ ਨਾਸ਼ ਕਰ ਦਿੱਤਾ, ਆਪਣੇ ਮਨ ਨੂੰ ਭਟਕਣ ਤੋਂ ਰੋਕ ਲਿਆ ਅਤੇ ਕਾਮ ਆਦਿਕ ਪੰਜਾਂ ਵਿਕਾਰਾਂ ਨੂੰ ਇਕੱਠਾ ਕਰਕੇ ਕਾਬੂ ਵਿੱਚ ਕਰ ਲਿਆ। ਤੁਸੀਂ ਗੁਰੂ ਨਾਨਕ ਦੇ ਦਰ ਤੇ ਆ ਕੇ ਜਗਤ ਨੂੰ ਜਿੱਤ ਲਿਆ। ਤੁਸੀਂ ਸਭ ਜੀਵਾਂ ਨੂੰ ਸਮ ਦ੍ਰਿਸ਼ਟੀ ਨਾਲ ਇੱਕ ਨਜ਼ਰ ਨਾਲ ਦੇਖਦੇ ਹੋ ਅਤੇ ਪਰਮਾਤਮਾ ਦੀ ਲਿਵ ਜੋੜਨ ਕਰਕੇ ਤੁਹਾਡੀ ਬਿਰਤੀ ਦੇ ਅੰਦਰ ਹਮੇਸ਼ਾ ਪੂਰਨ ਖਿੜਾਓ ਬਣਿਆ ਰਹਿੰਦਾ ਹੈ। ਇਸ ਲਈ ਤੁਹਾਡੀ ਸ਼ੋਭਾ, ਜੋ ਤੁਸੀਂ ਗੁਰੂ ਨਾਨਕ ਦੀ ਸ਼ਰਨ ਵਿੱਚ ਆ ਕੇ ਉਹਨਾਂ ਦੀ ਸੰਗਤ ਤੋਂ ਬਖਸ਼ਿਸ਼ ਹਾਸਲ ਕੀਤੀ ਹੈ, ਤੁਹਾਡੀ ਸ਼ੋਭਾ ਸਾਰੀ ਦੁਨੀਆ ਵਿੱਚ ਫੈਲ ਰਹੀ ਹੈ। ਹੋਏ ਗੁਰੂ ਅੰਗਦ ਦੇਵ ਜੀ, ਤੁਹਾਡੀ ਦ੍ਰਿਸ਼ਟੀ ਵਿੱਚੋਂ ਅੰਮ੍ਰਿਤ ਦੀ ਧਾਰਾ ਵਗਦੀ ਹੈ। ਤੁਸੀਂ ਸਮਰੱਥ ਹੋ ਕਿ ਜੀਵਾਂ ਦੇ ਹਿਰਦਿਆਂ ਦੀ ਕਾਲਖ ਪੁੱਟ ਕੇ ਨਸ਼ਟ ਕਰ ਦਿੰਦੇ ਹੋ। ਤੁਹਾਡੇ ਦਰਸ਼ਨਾਂ ਦੇ ਨਾਲ ਹੀ ਲੋਕਾਂ ਦੇ ਮਨਾਂ ਦੇ ਵਿੱਚੋਂ ਅਗਿਆਨਤਾ ਦਾ ਅੰਧੇਰਾ ਦੂਰ ਹੋ ਜਾਂਦਾ ਹੈ। ਤੁਹਾਡੀ ਸੰਗਤ ਦੇ ਅੰਦਰ ਆ ਕੇ ਜਿਹੜੇ ਗੁਰੂ ਸ਼ਬਦ ਦੀ ਵਿਚਾਰ ਨੂੰ ਸੰਭਾਲਦੇ ਹਨ, ਜਪਦੇ ਹਨ, ਐਸੀ ਔਖੀ ਕਾਰ ਜਿਹੜੀ ਕਾਲਨਾ ਕਾਲਦੇ ਹਨ, ਉਹ ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ ਹਨ। ਸਤਸੰਗਤ ਦੇ ਅੰਦਰ ਜਿਹੜੇ ਅਡੋਲਤਾ ਦੀ ਅਵਸਥਾ, ਸਹਿਜ ਅਵਸਥਾ ਦੀ ਨੂੰ ਪ੍ਰਾਪਤ ਕਰਦੇ ਹਨ, ਗੁਰੂ ਦੀ ਵਿਚਾਰ ਦੀ ਬਰਕਤ ਦੇ ਨਾਲ ਉਹਨਾਂ ਦੇ ਮਨ ਵੀ ਜਾਗ ਪੈਂਦੇ ਹਨ ਅਤੇ ਉਹ ਹਮੇਸ਼ਾ ਨਿਮਰਤਾ ਅਤੇ ਪਿਆਰ ਦੇ ਵਿੱਚ ਭਿੱਜੇ ਰਹਿੰਦੇ ਹਨ। हे ਗੁਰੂ ਅੰਗਦ ਦੇਵ ਜੀ, ਤੁਸੀਂ ਗੁਰੂ ਨਾਨਕ ਦੀ ਸ਼ਰਨ ਵਿੱਚ ਆ ਕੇ ਜੋ ਬਖਸ਼ਿਸ਼ ਹਾਸਲ ਕੀਤੀ ਹੈ, ਉਸ ਦਾ ਸਦਕਾ ਤੁਹਾਡੀ ਸ਼ੋਭਾ ਸਾਰੀ ਦੁਨੀਆ ਦੇ ਵਿੱਚ ਫੈਲ ਰਹੀ ਹੈ। ਅੱਜ ਦੀ ਵਿਚਾਰ ਤੇ ਸਮਾਪਤ ਕਰਦੇ ਹਾਂ ਜੀ। ਹੋਈਆਂ ਫੁੱਲਾਂ ਦੀ ਆਪਾਂ ਸੁਖਮਾ ਦੀ ਰਚਨਾ ਕਰਦੇ ਹਾਂ ਜੀ। ਸੰਗਤ ਵਿੱਚੋਂ ਕਿਸੇ ਨੇ ਵੀ ਜੋ ਆਪਣੇ ਕੋਈ ਸੁਝਾਅ ਦੇਣੇ ਹੋਣ ਜਾਂ ਕੋਈ ਸਵਾਲ ਪੁੱਛਣਾ ਹੋਵੇ, ਆਪਣੇ ਆਪ ਨੂੰ ਅਨਮਿਊਟ ਕਰਕੇ ਆਪ ਜੀ ਪੁੱਛ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦੀ ਜੋ ਸ਼ਾਮੀ 6:30 ਵਜੇ ਦੀ ਕਲਾਸ ਹੈ ਜੀ, ਉਹਦੇ ਅੰਦਰ ਗੁਰਬਾਣੀ ਵਿਆਕਰਨ ਦੀ ਬਾਰੇ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਜਾਏਗੀ। ਉਸ ਕਲਾਸ ਦਾ ਲਿੰਕ ਆਪ ਜੀ ਦੇ ਗਰੁੱਪ ਵਿੱਚ ਪਾ ਦਿੱਤਾ ਜਾਂਦਾ ਹੈ। ਜਿਨ੍ਹਾਂ ਪਾਸ ਸਮਾਂ ਹੋਵੇ ਜਾਂ ਸਮਾਂ ਕੱਢ ਕੇ ਵੀ ਉਸ ਕਲਾਸ ਵਿੱਚ ਹਾਜ਼ਰੀ ਭਰੋ। ਗੁਰਬਾਣੀ ਵਿਆਕਰਨ ਦੇ ਨਿਯਮਾਂ ਦੀ ਜਾਣਕਾਰੀ ਆਪ ਹਾਸਲ ਕਰ ਸਕਦੇ ਹੋ। ਹਰ ਸ਼ੁੱਕਰਵਾਰ ਨੂੰ ਗੁਰਬਾਣੀ ਸ਼ੁੱਧ ਉਚਾਰਨ ਤੇ ਗੁਰਬਾਣੀ ਵਿਆਕਰਨ ਨਾਲ ਸੰਬੰਧਿਤ ਵਿਸ਼ੇ ਵਿਚਾਰੇ ਜਾਂਦੇ ਹਨ। ਅੱਜ ਦੀ ਵਿਚਾਰ ਨਾਲ ਸੰਬੰਧਿਤ ਜੇ ਕਿਸੇ ਦਾ ਕੋਈ ਸੁਝਾਅ ਜਾਂ ਕੋਈ ਪ੍ਰਸ਼ਨ ਨਹੀਂ ਹੈ ਤਾਂ ਫਿਰ ਇੱਥੇ ਕਲਾਸ ਦੀ ਸਮਾਪਤੀ ਹੈ ਜੀ। ਇੱਕ ਵਾਰੀ ਫਿਰ ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।